नमस्कार आदाब सत श्री अकाल। हमदर्द टीवी देखने वाले सारे दर्शकों का स्वागत है प्रोग्राम खास मुलाकात विच। मैं हाँ तरनजीत कौर घुम्मण। दोस्तों इस प्रोग्राम के जरिए ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਪਰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਕਿ ਸਾਨੂੰ ਸਾਡੇ ਕੁਝ ਧਰਮ ਨਾਲ ਜੋੜਨ ਦੀ ਵੀ ਥੋੜੀ ਬਹੁਤ ਜਿਹੜੀ ਆ ਤਵੱਜੋ ਕਰਨਗੇ। ਗੱਲਬਾਤ ਕਰਨ ਲੱਗੇ ਅੱਜ ਅਸੀਂ ਗੱਤਕੇ ਦੇ ਬਾਰੇ ਵਿੱਚ। ਸਿੱਖ ਮਾਰਸ਼ਲ ਆਰਟਸ ਦਾ ਨਾਮ ਦਿੱਤਾ ਜਾਂਦਾ ਗੱਤਕੇ ਨੂੰ। ਕੀ ਸਿੱਖ ਮਾਰਸ਼ਲ ਆਰਟਸ ਤੇ ਗੱਤਕੇ ਦੇ ਵਿੱਚ ਕੋਈ ਅੰਤਰ ਵੀ ਹੈਗਾ ਜਾਂ ਇਹ ਇੱਕ ਹੀ ਚੀਜ਼ ਹੈ? ਅਸੀਂ ਅਲੱਗ-ਅਲੱਗ ਜਿਹੜੀਆਂ ਵਰਲਡ ਦੀਆਂ ਪਲੇਟਫਾਰਮਸ ਦੇ ਉੱਤੇ ਸਟੇजेस ਦੇ ਉੱਤੇ ਗੱਤਕਾ ਪਰਫਾਰਮ ਕਰਦੇ ਹੋਏ ਵੀ ਦੇਖਿਆ ਕਿ ਵਾਕਈ ਉਹ ਗੱਤਕਾ ਹੈ। ਗੱਤਕਾ ਜਿਹੜਾ ਅਸੀਂ ਗੱਲਬਾਤ ਕਰਦੇ ਹਾਂ, ਕਿਹਾ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਸਮੇਂ ਤੋਂ ਜਿਹੜਾ ਸਿੱਖ ਮਾਰਸ਼ਲ ਆਰਟ ਪਰਫਾਰਮ ਕੀਤਾ ਜਾਂਦਾ ਹੈ ਤੇ ਹੁਣ ਤੱਕ ਲੈਗੇਸੀ ਇਹ ਤੁਰੀ ਆ ਰਹੀ ਹੈ। ਅਸੀਂ ਜਦੋਂ ਦੇਖਦੇ ਹਾਂ ਨਗਰ ਕੀਰਤਨ ਦੇ ਅੱਗੇ ਵੀ ਜਿਹੜੀਆਂ ਗੱਤਕਾ ਪਾਰਟੀਆਂ ਪਰਫਾਰਮ ਕਰਦੀਆਂ ਨੇ। ਸੋ ਅੱਜ ਇਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਗੱਤਕੇ ਦਾ ਪਿਛੋਕੜ ਕੀ ਹੈ, किस तरीके नाल होंद विच आया ते हुण तक गत्तके ने किन्ना क विकास कीता आ, अगे चल के की भविख हैगा आ। सो इस दे बारे विच गलबात करांगे। साडे नाल गलबात करन लई जुड़ चुके ने जी पंजाब गवर्नमेंट तो जॉइंट डायरैक्टर ते नाल दी नाल वर्ल्ड गत्तका एसोसीएशन ऑफ इंडिया दे प्रेजिडेंट हरजीत सिंह गरेवाल। उन्हां दा पहला असीं स्टूडियो दे विच स्वागत कर लैंदे हां। सर बहुत बहुत स्वागत तुहाडा हमदर्द टीवी दे। वाहिगुरू जी का खालसा वाहिगुरू जी की फतेह जी। वाहिगुरू जी की फतेह। की हाल चाल सर? ठीक है जी, चढ़दी कला जी। तुहाडा हमदर्द टीवी दा ਤੇ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਦਾਸ ਨੂੰ ਇੱਥੇ ਬੁਲਾ ਕੇ ਤੇ ਆਪਣੇ ਸਾਰੇ ਸਰੋਤਿਆਂ ਨੂੰ ਸਿੱਖ ਗੁਰੂ ਸਾਹਿਬਾਨ ਦੀ ਜਿਹੜੀ ਖੇਡ ਹੈ 600 ਸਾਲ ਪੁਰਾਣੀ ਖੇਡ ਹੈ ਉਹਦੇ ਬਾਰੇ ਇੱਕ ਜਾਣਕਾਰੀ ਪ੍ਰਦਾਨ ਕਰਨ ਲਈ ਆਪ ਜੀ ਦਾ ਤੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸਰ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਨਾ, ਜਦੋਂ ਕੁਝ ਵੀ ਲਿਖਦੇ ਹਾਂ ਜਾਂ ਅਸੀਂ ਨਗਰ ਕੀਰਤਨ ਬਾਰੇ ਕੁਝ ਵੀ ਲਿਖਦੇ ਹਾਂ ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਕੁਝ ਉੱਥੇ ਨਗਰ ਕੀਰਤਨ ਦੀ ਅਗਵਾਈ ਜਿਹੜੀ ਗੱਤਕਾ ਪਾਰਟੀਆਂ ਵੱਲੋਂ ਕੀਤੀ ਗਈ, ਸਿੱਖ ਮਾਰਸ਼ਲ ਆਰਟਸ ਜਿਹੜੇ ਆ ਉੱਥੇ ਖੇਡੇ ਗਏ। ਸੋ ਸਿੱਖ ਮਾਰਸ਼ਲ ਆਰਟ ਤੇ ਗੱਤਕਾ ਕੀ ਇਹ ਦੋਵੇਂ ਸੇਮ ਹੀ ਚੀਜ਼ਾਂ ਨੇ? ਸਾਨੂੰ ਥੋੜਾ ਜਿਹਾ ਇਹਦੀ ਜ਼ਰੂਰ ਦੱਸਿਓ, ਜਾਣਕਾਰੀ ਦਿਓ ਜੀ। ਅਸਲ ਸਿੱਖ ਮਾਰਸ਼ਲ ਆਰਟ ਜਾਂ ਸਿੱਖ ਸ਼ਸਤਰ ਵਿਦਿਆ, ਸਿੱਖ ਸ਼ਸਤਰ ਕਲਾ ਕਹਿ ਦਈਏ ਜਾਂ युद्ध कला कह दीए, ये बहुत घट ਜਿਹੜੇ शब्द ने वरते जाते हैं। तो आम करके ਜਿਹੜੇ जिन्ने जर्नलिस्ट ने ਜਾਂ ਅਸੀਂ ਵੀ ਆਮ ਲੋਕ ਹਾਂ, ਅਸੀਂ ਗੱਤਕਾ ਕਹਿ ਕੇ ਹੀ ਸਾਰ ਦਿੰਦੇ ਹਾਂ। ਤੇ ਉਹ ਇਹ ਆ ਗੱਲ ਕਿ ਤੁਸੀਂ ਕਿਸੇ ਵੱਡੇ ਅਫਸਰ ਨੂੰ ਜਾਂ ਕਿਸੇ ਵੱਡੀ ਨੂੰ ਤੁਸੀਂ ਛੋਟੀ ਚੀਜ਼ ਕਹਿ ਦੋ ਨਾ, ਛੋਟੇ ਮੁਲਾਜ਼ਮ ਕਹਿ ਦੋ ਜਾਂ ਇੱਦਾਂ ਕਹਿ ਦੋ। ਤੋ ਸਾਡੀ ਗੁਰੂ ਸਾਹਿਬਾਨ ਨੇ ਜਿਹੜੀ ਸਾਨੂੰ ਸਿੱਖ ਸ਼ਸਤਰ ਵਿਦਿਆ ਦਿੱਤੀ ਹੈ, ਇਹ ਜੰਗਾਂ ਯੁੱਧਾਂ 'ਚ ਪਰਖੀ ਹੋਈ ਯੁੱਧ ਕਲਾ ਹੈਗੀ ਆ। ਇਹਦਾ ਬਹੁਤ ਵਿਸ਼ਾਲ ਰੂਪ ਹੈ। ਤੇ ਜਦੋਂ ਅਸੀਂ ਸਿੱਖ ਸ਼ਸਤਰ ਵਿਦਿਆ ਕਹਿੰਦੇ ਹਾਂ ਮੂੰਹ ਭਰਦਿਆ, ਗੱਤਕਾ ਜਿਹੜੀ ਸੋਟੀ ਹੈ ਉਸੇ ਦਾ ਹੀ ਪਾਰਟ ਹੈ। ਉਸ ਜਿਹੜੀ ਸਿੱਖ ਸ਼ਸਤਰ ਵਿਦਿਆ ਹੈ, ਸਾਡੀ ਯੁੱਧ ਕਲਾ ਹੈਗੀ ਆ, ਉਹਦੇ ਵਿੱਚ ਬਹੁਤ ਸ਼ਸਤਰ ਨੇ। ਸ਼ਸਤਰ ਨਾਮ ਵਾਲਾ ਜਿਹੜੀ ਹੈਗੀ ਆ ਉਸ ਦੇ ਵਿੱਚ ਘੱਟੋ ਘੱਟ 32 ਸ਼ਸਤਰਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੁਰੂ ਸਾਹਿਬ ਦੇ ਵੇਲੇ ਯੂਜ਼ ਹੁੰਦੇ ਰਹੇ ਆ। ਉਹ ਤੋਂ ਬਿਨਾਂ ਹੋਰ ਵੀ ਹੈਗੇ ਸ਼ਸਤਰ। ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਤੇ ਉੱਥੇ ਨਾਲ ਹੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਮੱਲ ਅਖਾੜੇ ਜਿਹੜੇ ਸ਼ੁਰੂ ਹੋਏ ਸੀ ਉਹ ਵੀ ਉਹਨਾਂ ਨੇ ਉੱਥੇ ਸ਼ੁਰੂ ਕਰਾਏ, ਪਲੱਸ ਨਾਲ ਦੀ ਨਾਲ ਸ਼ਸਤਰ ਵਿਦਿਆ ਦੇ ਅਖਾੜੇ ਵੀ ਸ਼ੁਰੂ ਕਰਾਏ। ਉੱਥੋਂ ਉਹਨਾਂ ਨੇ ਕੌਮ ਨੂੰ ਇਹ ਸੰਦੇਸ਼ ਦਿੱਤਾ ਕਿ ਵਧੀਆ ਘੋੜੇ ਰੱਖੋ, ਸ਼ਸਤਰ ਵਿਦਿਆ 'ਚ ਪ੍ਰਵੀਨ ਹੋਵੋ ਔਰ ਨਗਾਰਾ ਵੀ ਰੱਖੋ। ਕਿਉਂਕਿ ਉਹ ਕਿਉਂ ਕੀਤਾ ਸੀਗਾ ਕਿ ਉਸ ਵੇਲੇ ਹਕੂਮਤਾਂ ਜਿਹੜੀਆਂ ਸੀਆਂ ਉਹ ਆਮ ਕਾਮਨ ਬੰਦੇ ਨੂੰ ਨਗਾਰਾ ਵਰਤਣ ਦੀ ਮਨਾਹੀ ਸੀ। ਤੇ ਜਿਹੜੇ ਇਸੇ ਤਰ੍ਹਾਂ ਦੀ ਸ਼ਸਤਰ ਯੁੱਧ ਕਲਾ ਸੀ ਜਿਹੜੀ ਉਹ ਨਹੀਂ ਸੀ ਆਮ ਬੰਦੇ ਆਪਦੇ ਘਰਾਂ 'ਚ ਇਹ ਜਿਹੇ ਸ਼ਾਰਪ ਐਜ ਵੈਪਨ ਜਿਹੜੇ ਸੀ ਨਹੀਂ ਸੀ ਯੂਜ਼ ਕਰ ਸਕਦੇ ਹੁੰਦੇ। ਤੇ ਇਸ ਕਰਕੇ ਗੁਰੂ ਸਾਹਿਬ ਨੇ ਉਸ ਵੇਲੇ ਜਦੋਂ ਸਮੁੱਚੀ ਕੌਮ ਨੂੰ ਇੱਕ ਸਵੈ ਰੱਖਿਆ 'ਚ ਪ੍ਰਵੀਨ ਹੋਣ ਲਈ ਕਿਹਾ, ਮੈਂ ਇਹ ਫਿਰ ਕਹੂੰਗਾ ਸਵੈ ਰੱਖਿਆ 'ਚ ਸਾਡੇ ਗੁਰੂ ਇਤਿਹਾਸ ਦੇ ਵਿੱਚ ਕਿਤੇ ਵੀ ਜਿਹੜੀ ਸਿੱਖ ਸ਼ਸਤਰ ਵਿਦਿਆ ਇਹ ਹਮਲਾ ਕਰਨ ਲਈ ਜਾਂ ਹਿੰਸਕ ਨਹੀਂ ਹੈਗੀ, ਇਹ ਸਵੈ ਰੱਖਿਆ ਲਈ ਆ। ਸਾਡੀਆਂ ਜਿੰਨੀਆਂ ਵੀ ਗੁਰੂ ਸਾਹਿਬ ਨੇ ਜੰਗਾਂ ਯੁੱਧਾਂ ਲੜੀਆਂ ਉਹ ਕੌਮ ਲਈ ਰਹੀਆਂ, ਉਹ ਜਾਂ ਕਿਸੇ ਕਾਜ਼ ਲਈ ਸੀਗੀਆਂ ਜਾਂ ਕਿਤੇ ਮਨੁੱਖੀ ਅਧਿਕਾਰਾਂ ਦਾ ਹਨਨ ਸੀ ਜਾਂ ਹਮਲੇ ਹੋਏ, ਹਮਲਿਆਂ ਦਾ ਜਵਾਬ ਦਿੱਤਾ ਗਿਆ। ਆਪ ਹਮਲਾ ਕਰੇ ਪਹਿਲਾਂ ਕੌਮ ਨੇ ਅੱਜ ਤੱਕ ਨਹੀਂ ਕੀਤਾ। ਤੇ ਇਸ ਲਈ ਇਹ ਜਿਹੜੀ ਗੱਲ ਕਰ ਰਹੇ ਸੀ ਆਪਾਂ ਸਿੱਖ ਸ਼ਸਤਰ ਕਲਾ ਔਰ ਗੱਤਕਾ ਸੋਟੀ। ਭਾਈ ਕਾਹਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਹੈ, ਬਹੁਤੇ ਸਰੋਤਿਆਂ ਨੇ ਪੜ੍ਹਿਆ ਹੋਣਾ। ਉਹਦੇ 'ਚ ਦੁਬਾਰਾ ਫਿਰ ਦੇਖ ਲਿਓ ਗੱਤਕਾ ਸੋਟੀ ਦਾ ਜਿਹੜਾ ਵਿਖਿਆਨ ਉਹਨਾਂ ਨੇ ਕੀਤਾ ਹੋਇਆ। 3 ਕੁ ਹੱਥ ਦਾ ਡੰਡਾ ਜਿਹੜਾ ਹੈ ਉਸ ਨੂੰ ਅਸੀਂ ਗੱਤਕਾ ਕਹਿੰਦੇ ਹਾਂ। ਗੱਤਕਾ ਔਰ ਸੋਟੀ, ਅਸੀਂ ਸੋਟੀ ਨਾਲੋਂ ਲਫ਼ਜ਼ ਕੱਟ ਕੇ ਇਕੱਲਾ ਗੱਤਕਾ ਕਹਿਣਾ ਸ਼ੁਰੂ ਕਰਤਾ ਹੋਇਆ।
ਮੈਂ ਮਾਲਵੇ ਨੂੰ ਬਿਲੋਂਗ ਕਰਦਾ। ਅੱਜ ਵੀ ਮਾਨਸਾ ਬਠਿੰਡਾ ਜਾਂ ਇੱਧਰ ਸਾਡੇ ਸੰਗਰੂਰ ਵਾਲੇ ਜਿਹੜੇ ਬੈਲਟ ਹੈਗੀ ਆ ਉਹਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਪੁਰਾਣੇ ਲਫ਼ਜ਼ ਸੰਭਾਲ ਕੇ ਰੱਖੇ ਆ ਜਾਂ ਅੱਜ ਵੀ ਬੋਲਦੇ ਆ, ਤੇ ਉੱਥੇ ਜੇ ਕਿਸੇ ਦੇ ਮਾਰਨਾ ਹੁੰਦਾ ਕੁਤਕਾ ਲਿਆ, ਆ ਕੁਤਕਾ ਮਾਰੇ ਦੇ ਕੁਤਕਾ। ਕੁਤਕਾ ਔਰ ਜਿਹੜਾ ਖੁਤਕਾ ਉਸ ਦਾ ਲਫ਼ਜ਼ ਸੁਧਰ ਕੇ ਗਤਕਾ, ਹਾਂ ਸੋਟੀ ਹੈ, ਮਤਲਬ ਸੋਟੀ ਖੇਡ ਹੈ। ਲੇਕਿਨ ਇਹ ਸੋਟੀ ਸਾਡੀ ਉਸੇ ਸਾਡੀ ਵਿਰਾਸਤੀ ਜਿਹੜੀ ਕਲਾ ਹੈ ਉਸੇ ਦਾ ਹੀ ਪਾਰਟ ਹੈ, ਉਸੇ ਦਾ ਹੀ ਪਾਰਟ ਹੈ। ਸਾਰਿਆਂ ਨੂੰ ਇਹੀ ਜਾਣਕਾਰੀ ਮੈਂ ਦਿੰਦਾ ਆ ਰਿਹਾ ਕਿ ਉਸ ਵਿਰਾਸਤੀ ਯੁੱਧ ਕਲਾ ਦਾ ਪਾਰਟ ਗਤਕਾ ਸੋਟੀ ਹੈ। ਆਪਾਂ ਗੱਲ ਕਰ ਰਹੇ ਸੀ ਕਿ ਇੱਕ ਫੋਰ ਐਗਜ਼ਾਮਪਲ ਮੈਂ ਦੇਸੀ ਭਾਸ਼ਾ 'ਚ ਹੋਰ ਸਮਝਾ ਦਿਆਂ, ਥੋੜ੍ਹੀ ਜਿਹੀ ਇੱਕ ਯਾਦ ਰਹਿ ਜਾਂਦੀ ਹੈ ਗੱਲ ਜੇ ਹੁੰਦੀ ਆ ਕਿ ਇੱਕ ਮੇਕਅਪ ਕਿੱਟ ਹੁੰਦੀ ਆ ਹੈ ਲੇਡੀਜ਼ ਦੀ, ਉਹਦੇ 'ਚ ਕਿੰਨਾ ਸਮਾਨ ਹੁੰਦਾ ਜੀ, ਹੈ ਨਾ। ਅਤੇ ਉਹਦੇ ਵਿੱਚੋਂ ਤੁਸੀਂ ਇੱਕ ਚੀਜ਼ ਬਾਹਰ ਕੱਢ ਲਓ, ਲਿਪਸਟਿਕ ਹੀ ਬਾਹਰ ਕੱਢ ਲਓ, ਤੇ ਉਹ ਤੁਸੀਂ ਉਸ ਲਿਪਸਟਿਕ ਨੂੰ ਮੇਕਅਪ ਕਿੱਟ ਨਹੀਂ ਨਾ ਕਹਿ ਸਕਦੇ। ਤੇ ਇਸ ਕਰਕੇ ਸਾਡੀ ਜਿਹੜੀ ਵਿਰਾਸਤੀ ਯੁੱਧ ਕਲਾ ਹੈਗੀ ਆ, ਸਾਡੀ ਸਿੱਖ ਸ਼ਸਤਰ ਵਿੱਦਿਆ, ਜਦੋਂ ਵੀ ਕਿਤੇ ਨਗਰ ਕੀਰਤਨਾਂ 'ਚ ਜਾਂ ਕਿਤੇ ਤੁਸੀਂ ਦੇਖਦੇ ਹੋ ਤਾਂ ਜਰਨਲਿਸਟ ਵੀ ਤੇ ਆਮ ਪਬਲਿਕ ਵੀ ਤੇ ਆਪਣੇ ਸਿੰਘ ਸਾਰੇ ਉਸ ਨੂੰ ਸਿੱਖ ਸ਼ਸਤਰ ਵਿੱਦਿਆ ਦੀ ਪ੍ਰਦਰਸ਼ਨੀ ਦਾ ਨਾਂ ਦੇਣ, ਕਿਉਂਕਿ ਪ੍ਰਦਰਸ਼ਨ ਹੋ ਰਿਹਾ, ਉਹ ਮਾਰ ਨਹੀਂ ਰਹੇ ਕਿਸੇ ਦੇ, ਉਹ ਆਪਣੇ ਵਿੱਚ ਖੇਡ ਰਹੇ ਨੇ, ਦੱਸ ਰਹੇ ਨੇ, ਸਾਨੂੰ ਦੱਸ ਰਹੇ ਹੁੰਦੇ ਆ ਪਬਲਿਕ ਨੂੰ ਸਾਰੀ ਨੂੰ ਕਿ ਇਹ ਇੱਦਾਂ ਯੂਜ਼ ਹੁੰਦੇ ਆ। ਮੈਂ ਥੋੜ੍ਹਾ ਜਿਹਾ ਹੋਰ ਇੱਕ ਗੱਲ ਦੱਸਦਾ ਕਿ ਸ਼ਸਤਰਾਂ ਦਾ ਇੰਨਾ ਯੂਜ਼ ਰਿਹਾ ਜੀ, ਜਿਹੜਾ ਚੱਕਰ ਸੀਗਾ ਜਿਹੜਾ ਤੁਸੀਂ ਦੇਖਦੇ ਹੋ ਉਹਦੀ ਐਡੀ ਵੱਡੀ ਮਹਾਨਤਾ ਰਹੀ ਆ ਕਿ ਜਦ ਉਹ ਚੱਕਰ ਲੋਹੇ ਦਾ ਸੀਗਾ, ਉਹਦੇ 'ਚ ਜਿੰਨੀਆਂ ਸਟ੍ਰਿੰਗਸ ਨੇ ਉਹ ਸਾਰੀਆਂ ਲੋਹੇ ਦੀਆਂ ਹੁੰਦੀਆਂ ਸੀ। ਤੇ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਉਹ ਚੱਕਰ ਵਾਲੇ ਸਿੰਘ ਅੱਗੇ ਹੁੰਦੇ ਸੀ ਤਾਂ ਚੱਕਰ ਇੰਨੀ ਤੇਜ਼ ਚੱਲਦਾ ਸੀ, ਜਿਹੜੀ ਤੀਰਾਂ ਦੀ ਬਾਛੜ ਹੁੰਦੀ ਸੀ ਉਸ ਨੂੰ ਮੋੜ ਦਿੰਦਾ ਸੀ ਚੱਕਰ, ਤੇ ਪਿੱਛੋਂ ਫੌਜ ਚਲਦੀ ਸੀ ਨਾਲ ਆਪਣਾ ਇਲਾਕਾ ਕਵਰ ਕਰਨ ਲਈ, ਹੈ ਨਾ। ਇਸ ਕਰਕੇ ਇਹ ਸਾਡੀ ਜੰਗਾਂ ਯੁੱਧਾਂ 'ਚ ਪਰਖੀ ਹੋਈ ਕਲਾ। ਇਹ ਜਿਹੜੀ ਗਤਕਾ ਸੋਟੀ ਹੈ, ਗਤਕਾ ਸੋਟੀ, ਮੇਰੇ ਕੋਲ ਇੱਕ ਕਿਤਾਬ ਹੈ, ਰੇਅਰ ਬੁੱਕ ਹੈ ਜੀ, ਆਪਣੀ ਮਤਲਬ ਹਿਸਟੋਰੀਕਲ ਬੁੱਕ ਹੈ। ਇਹ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਿਤਾਬ ਹੈ, ਸਾਲ 1936 ਦੀ ਹੈ ਜੀ। ਉਸ ਵੇਲੇ ਇਹਦਾ ਮੁੱਲ 1 ਰੁਪਏ ਸੀਗਾ। ਔਰ ਇਹ ਦ ਆਰਟ ਆਫ ਗਤਕਾ ਫਾਈਟਿੰਗ, ਮੇਜਰ ਕਰਤਾਰ ਸਿੰਘ ਅਕਾਲੀ ਜਿਹੜੇ RSD ਕਾਲਜ ਫਿਰੋਜ਼ਪੁਰ ਦੇ ਫਿਜ਼ੀਕਲ ਡਾਇਰੈਕਟਰ ਸੀ, ਉਹਨਾਂ ਦੀ ਲਿਖੀ ਹੋਈ ਆ। ਪੰਜਾਬ ਯੂਨੀਵਰਸਿਟੀ ਲਾਹੌਰ ਹੈ ਜਿਹੜੀ ਉਹਦੀ ਬੁੱਕ ਹੈ ਇਹ, ਮਤਲਬ ਇਹ ਮੇਰੀ ਨਹੀਂ ਜਾਂ ਕਿਸੇ ਹੋਰ ਦੀ ਨਹੀਂ, ਪੰਜਾਬ ਯੂਨੀਵਰਸਿਟੀ ਲਾਹੌਰ ਦੀ ਬੁੱਕ ਹੈ। 1936 ਦਾ ਜਿਹੜਾ ਸਾਡੇ ਕੋਲ ਰਿਕਾਰਡ ਹੈ, ਅਸੀਂ ਸਿੱਖ ਇਤਿਹਾਸ ਬਣਾਉਂਦੇ ਹਾਂ, ਸੰਭਾਲਦੇ ਨਹੀਂ। ਮੇਰੇ ਕੋਲ ਇਹ ਛੋਟਾ ਜਿਹਾ ਇਤਿਹਾਸ ਇੱਕ ਸੰਭਾਲਿਆ ਹੋਇਆ, ਪਰ ਇਸ ਤੋਂ ਪਹਿਲਾਂ ਦੀ ਇਹ ਖੇਡ ਚੱਲਦੀ ਆ ਰਹੀ ਆ। ਇਹ ਗਤਕਾ ਸੋਟੀ ਬਾਰੇ ਹੀ ਹੈ, ਇਹ ਮਤਲਬ ਸ਼ਸਤਰ ਵਿੱਦਿਆ ਬਾਰੇ ਨਹੀਂ ਪੂਰੀ, ਕੱਲੀ ਗਤਕਾ ਸੋਟੀ ਬਾਰੇ। ਦੇਖੋ ਇਹਦੇ 'ਚ ਪਿਕਚਰਾਂ ਵੀ ਬਣੀਆਂ, ਤਸਵੀਰਾਂ ਬਣੀਆਂ ਉਸ ਵੇਲੇ ਦੀਆਂ ਕਿ ਗਤਕਾ ਸੋਟੀ ਬਾਰੇ ਇਹ 4 ਘੁਰੇ ਦੱਸ ਕੇ ਕਿ ਕਿਵੇਂ ਪੈਰਾਂ ਦੀ ਚਾਲ ਚੱਲਣੀ ਆ, ਹਾਂ ਮੂਵਮੈਂਟ ਕਿਵੇਂ ਹੋਣੀ ਆ, ਫਰੰਟ ਅੱਗੇ ਵਧਣਾ ਪਿੱਛੇ ਹਟਣਾ, ਉਹ ਸਾਰਾ ਇਹ ਸਮਝਾਇਆ ਗਿਆ। 1936 ਦੀ ਗਤਕਾ ਸੋਟੀ ਯੂਨੀਵਰਸਿਟੀਆਂ ਤੇ ਕਾਲਜਾਂ ਦੀ ਖੇਡ ਸੀ। ਇਹ ਖੇਡ ਚਲਦੀ ਆਈ, ਪਾਰਟੀਸ਼ਨ ਤੋਂ ਬਾਅਦ ਵੀ ਚਲਦੀ ਆਈ। ਮੇਰੇ ਕੋਲੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਵੀ ਨੇ ਜੀ, ਇਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ। ਇਹ ਹੈਗੀ ਆ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਹੈ, ਇਹ ਹੈਗੀ ਆ 1968-69 ਦੀ ਹੈ। ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਹੈਗੇ ਆ ਉਹ ਵਿਚਕਾਰ ਪ੍ਰਿੰਸੀਪਲ ਸੀਗੇ, ਉਹ ਬੈਠੇ ਆ ਵਿੱਚ ਟੀਮ ਦੇ ਨਾਲ। ਇਹ 80-81 ਦੀ ਹੈ, ਗਵਰਨਮੈਂਟ ਕਾਲਜ ਲੁਧਿਆਣਾ ਦੀ ਇਹ ਗਤਕਾ ਟੀਮ ਹੈ। ਮਤਲਬ ਸਾਡੀ ਇਹ ਗਤਕਾ ਪਾਰਟੀਸ਼ਨ ਤੋਂ ਬਾਅਦ ਵੀ ਚੱਲਦਾ ਆਇਆ। ਜਿਹੜੀ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਸੀ, ਇਹ ਪਾਰਟੀਸ਼ਨ ਤੋਂ ਬਾਅਦ ਅੰਬਾਲੇ ਆਈ, ਸ਼ਿਮਲੇ ਗਈ, ਫਿਰ ਉਹ ਚੰਡੀਗੜ੍ਹ ਸੈੱਟ ਹੋਈ ਆ ਉਹ ਯੂਨੀਵਰਸਿਟੀ। ਮਤਲਬ ਦੈਟ ਇਜ਼ ਦ ਪਾਇਨੀਅਰ ਯੂਨੀਵਰਸਿਟੀ ਟੂ ਡਿਵੈਲਪ ਗਤਕਾ। ਐਂਡ ਉਹ ਜਿਹੜਾ ਗਤਕਾ ਜਦੋਂ ਆਲਮੋਸਟ ਪੰਜਾਬ 'ਚ ਥੋੜ੍ਹੀਆਂ ਤੱਤੀਆਂ ਹਵਾਵਾਂ ਚੱਲੀਆਂ ਤੇ ਉਸ ਵੇਲੇ ਇਸ ਗੇਮ ਨੂੰ ਸੈਟਬੈਕ ਲੱਗੀ। ਇਹਦੀ ਉਸ ਵੇਲੇ ਕੋਈ ਵੀ ਮਾਈ ਬਾਪ ਨਹੀਂ ਸੀ, ਮਾਈ ਬਾਪ ਦਾ ਮਤਲਬ ਕੋਈ ਐਸੋਸੀਏਸ਼ਨ ਜਾਂ ਫੈਡਰੇਸ਼ਨ ਨਹੀਂ ਸੀਗੀ, ਤੇ ਸਾਡੇ ਬਜ਼ੁਰਗਾਂ ਨੇ ਇਹਨੂੰ ਸੰਭਾਲਿਆ ਨਹੀਂ, ਤੇ ਇਹ ਵਿਸਰ ਗਈ, ਸਕੂਲਾਂ ਕਾਲਜਾਂ 'ਚੋਂ ਯੂਨੀਵਰਸਿਟੀਆਂ 'ਚੋਂ ਕੱਢੀ ਗਈ। ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਇਹ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਹੈ, ਇਹ 2004 'ਚ ਰਜਿਸਟਰਡ ਹੋਈ ਹੈ, ਫਰਸਟ ਆਰਗੇਨਾਈਜੇਸ਼ਨ ਇਨ ਦ ਵਰਲਡ, ਤੇ ਇਹ ਰਜਿਸਟਰ ਹੋਈ। ਇਹਨਾਂ ਨੇ ਫਿਰ ਇਸ 'ਤੇ ਕੰਮ ਕਰਨਾ ਸ਼ੁਰੂ ਕੀਤਾ, ਤੇ ਉਦੋਂ ਫਿਰ ਟੀਮਾਂ ਤਿਆਰ ਕੀਤੀਆਂ, ਆਪਣਾ ਥੋੜ੍ਹੇ ਜਿਹੇ ਕਾਗਜ਼ ਦੇ ਉੱਪਰ ਰੂਲ ਵਗੈਰਾ ਵੀ ਬਣਾਏ। ਮੈਂ 2007 ਤੋਂ ਇਸ ਪਾਸੇ ਜੁੜਿਆ, ਤੇ ਉਹ ਬਸ ਉਸ ਤੋਂ ਬਾਅਦ
ਤੇ ਅੱਜ ਤੱਕ ਜਿਹੜਾ ਹੈ ਚੱਲਿਆ, ਇਸ ਖੇਡ ਨੂੰ ਦੁਬਾਰਾ ਰਿਵਾਈਵ ਕੀਤਾ। ਇਹ ਡਿਮਿਨਿਸ਼ਿੰਗ ਆਰਟ ਵਜੋਂ ਐਂਟਰ ਹੋ ਗਈ ਸੀ, ਜਿਹੜੀ ਸਾਡੀ ਸਾਰਕ ਮੁਲਕਾਂ ਦੀ ਜਥੇਬੰਦੀ ਆ ਰਿਸਰਚ ਕਰਦੀ ਆ ਸਾਡੇ 7 ਮੁਲਕਾਂ ਦੇ ਵਿੱਚ, ਫਲੋਰਾ, ਫੌਨਾ, ਹਿਸਟਰੀ, ਲੈਂਗੁਏਜ ਐਟਸੈਟਰਾ ਤੇ ਉਹਨਾਂ ਨੇ ਇਸ ਨੂੰ ਡਿਮਿਨਿਸ਼ਿੰਗ ਆਰਟ 'ਚ ਪਾਲਿਆ ਸੀ। ਉਹ ਬੀਬੀ ਮੀਨਾਕਸ਼ੀ ਜੀ ਸੀਗੇ, ਪੁਣੇ ਤੋਂ ਆਏ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਉਹਨਾਂ ਨੂੰ ਪ੍ਰੋਜੈਕਟ ਮਿਲਿਆ ਸੀ ਇੱਕ, ਤੇ ਉਸ ਪ੍ਰੋਜੈਕਟ 'ਤੇ ਉਹਨਾਂ ਨੇ ਕੰਮ ਕਰਕੇ ਥੀਸਿਸ ਦਿੱਤਾ ਉੱਥੇ ਉਹਨਾਂ ਨੂੰ। ਤੇ ਫਿਰ ਉਹਦਾ ਲੇਕਿਨ ਫਿਰ ਮੈਂ ਉੱਥੋਂ ਹੱਸਦਾ ਰਿਹਾ ਕਿ ਜੀ ਹੁਣ ਤੁਹਾਡਾ ਇਹ ਹੈਗੀ ਆ 2010 ਦੀ ਗੱਲ ਹੈ, 9-10 ਦੀ। ਤੇ ਉਸ ਵੇਲੇ ਅਸੀਂ ਪੰਜਾਬ ਗਵਰਨਮੈਂਟ 'ਚ ਇਸ ਨੂੰ ਰਿਕੋਗਨਾਈਜ਼ ਕਰਾ ਲਿਆ ਸੀ ਕਿ ਮੈਂ ਕਿਹਾ ਜੀ ਹੁਣ ਇਹਦਾ ਚੈਪਟਰ ਦਾ ਨਾਮ ਬਦਲੋ ਰਿਸਰਚ ਦਾ, ਕਿ ਫਰੋਮ ਡਿਮਿਨਿਸ਼ਿੰਗ ਟੂ ਪ੍ਰੋਗਰੈਸਿਵ ਆਰਟ। ਤੇ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਦਰਸ਼ਕਾਂ ਨਾਲ, ਅੱਜ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਔਰ ਮਾਣ ਵਾਲੀ ਗੱਲ ਹੈ ਪੂਰੀ ਸਮੁੱਚੀ ਵਿਸ਼ਵ ਵਿੱਚ ਵਸਦੇ ਆਪਣੇ ਸਿੱਖਾਂ ਨੂੰ, ਕਿ ਸਾਡਾ ਗੱਤਕਾ ਸੋਟੀ ਦੀ ਖੇਡ ਹੈ ਜਿਹੜੀ ਅੱਜ ਉਹ ਦੁਬਾਰਾ ਫੇਰ ਬੁਲੰਦੀਆਂ ਤੇ ਆ। ਕਿਸੇ ਖੇਡ ਨੂੰ ਕਿਸੇ ਮੁਲਕ ਦੇ ਵਿੱਚ ਜਿਹੜਾ ਚੋਟੀ ਦਾ ਸਥਾਨ ਮਿਲਣਾ ਹੁੰਦਾ ਹੈ, ਅੱਜ ਉਹ ਗੱਤਕੇ ਨੂੰ ਇੰਡੀਆ ਦੇ ਵਿੱਚ ਮਿਲ ਚੁੱਕਿਆ। ਅੱਜ ਗੱਤਕਾ ਖੇਡ ਸੋਟੀ ਹੈ ਜਿਹੜੀ ਖੇਡ ਹੈ ਦੀ, ਇਹ ਨੈਸ਼ਨਲ ਖੇਡਾਂ 'ਚ ਸ਼ਾਮਲ ਹੋ ਗਈ ਹੈ। ਜਿਹੜੀਆਂ ਸਾਡੀਆਂ ਇੰਡੀਆ ਦੇ ਸਪੋਰਟਸ ਡਿਪਾਰਟਮੈਂਟ ਵੱਲੋਂ ਇੱਕ ਨੈਸ਼ਨਲ ਖੇਡਾਂ ਹੋਰ ਹੁੰਦੀਆਂ ਨੇ, ਖੇਲੋ ਇੰਡੀਆ ਗੇਮਸ, ਉਹਨਾਂ 'ਚ ਇੰਟਰੋਡਿਊਸ ਹੋ ਚੁੱਕੀ ਹੈ। ਸਾਡੀਆਂ ਜਿਹੜੀਆਂ ਇੰਡੀਆ ਦੀਆਂ ਯੂਨੀਵਰਸਿਟੀਆਂ ਦੀਆਂ ਖੇਡਾਂ ਹੁੰਦੀਆਂ ਨੇ, ਉਹਨੂੰ ਕਹਿੰਦੇ ਆ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੇਮਸ, ਉਹਨਾਂ 'ਚ ਇੰਟਰੋਡਿਊਸ ਹੋ ਚੁੱਕੀ ਹੈ। ਇਸ ਤੋਂ ਬਿਨਾਂ ਜਿਹੜੇ ਸਾਡੇ ਇੰਡੀਆ ਦੇ ਸਾਰੇ ਸਕੂਲਾਂ ਦੇ ਮੁਕਾਬਲੇ ਹੁੰਦੇ ਆ, ਉਹਨਾਂ ਨੂੰ ਕਹਿੰਦੇ ਆ ਨੈਸ਼ਨਲ ਸਕੂਲ ਗੇਮਸ, ਉਹਨਾਂ 'ਚ ਇੰਟਰੋਡਿਊਸ ਹੋ ਚੁੱਕੀ ਹੈ। ਤੇ ਇਸ ਕਰਕੇ ਮਤਲਬ ਸਾਡਾ ਉੱਥੇ ਅਸੀਂ ਪਿਛਲੇ ਜਿਹੜਾ ਇਹ 16-17 ਸਾਲ ਦਾ ਸਫ਼ਰ ਹੈਗਾ, ਉਸ ਦੇ ਦੌਰਾਨ ਜਿਹੜਾ ਹੈਗਾ ਮਤਲਬ ਇਹ ਪ੍ਰਾਪਤੀਆਂ ਗੱਤਕੇ ਨੂੰ ਹੋਈਆਂ। ਤੇ ਗੁਰੂ ਮਹਾਰਾਜ ਰਹਿਮਤ ਕਰਨ, ਹੁਣ ਜਿਹੜਾ ਸਾਡਾ ਵਰਲਡ ਗੱਤਕਾ ਫੈਡਰੇਸ਼ਨ ਹੈ ਜਿਹੜੀ ਸਾਡੀ, ਡਾਕਟਰ ਦੀਪ ਸਿੰਘ ਨੇ USA 'ਚ ਬੈਠੇ ਨੇ, UK ਦੇ ਵਿੱਚ ਤਨਮਨਜੀਤ ਸਿੰਘ ਢੇਸੀ ਸਾਡੇ ਪ੍ਰਧਾਨ ਨੇ ਉੱਥੋਂ ਦੇ UK ਗੱਤਕਾ ਫੈਡਰੇਸ਼ਨ ਦੇ, ਤੇ ਹੋਰ ਮੁਲਕਾਂ ਦੇ ਵੀ ਸਾਡੇ ਸਾਰੇ ਅਲੱਗ-ਅਲੱਗ ਹੋ ਹੈਗੇ ਆ, ਹੈ ਨਾ। ਤੇ ਉਹ ਸਾਰੇ ਅਸੀਂ ਇਕੱਠੇ ਹੋ ਕੇ ਵਰਲਡ ਗੱਤਕਾ ਫੈਡਰੇਸ਼ਨ ਵੱਲੋਂ, ਤੇ ਹੋਰ ਸਾਰੇ ਮੇਰੇ ਸਾਥੀ ਜਿੰਨੇ ਨਾਲ ਨੇਗੇ, ਤੇ ਬਤੌਰ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਮੈਂ ਇੰਡੀਆ ਤੋਂ ਹਾਂ। ਤੇ ਵਰਲਡ ਗੱਤਕਾ ਫੈਡਰੇਸ਼ਨ ਦਾ ਜਿਹੜਾ ਪ੍ਰਧਾਨਗੀ ਹੈ ਮੈਨੂੰ ਪਿਛਲੇ ਸਾਲ ਇਹਨਾਂ ਨੇ ਸੌਂਪੀ ਹੈ, ਕਿ ਸੋ ਦੈਟ ਅਸੀਂ ਇਸ ਨੂੰ ਓਲੰਪਿਕ ਗੇਮਸ ਤੱਕ ਲੈ ਚਲੀਏ। ਇਹ ਸਾਡੀ ਵਰਲਡ ਗੱਤਕਾ ਫੈਡਰੇਸ਼ਨ ਨੇ ਡਿਸਾਈਡ ਕੀਤਾ ਹੋਇਆ। ਸਾਡਾ ਇੱਕ ਵਿਜ਼ਨ ਡਾਕੂਮੈਂਟ ਹੈ, ਉਹ 2030, ਅਸੀਂ ਉਸ ਦੇ ਹਰ 5 ਸਾਲਾਂ ਬਾਅਦ ਰਿਵਿਊ ਕਰਦੇ ਹਾਂ ਕਿ ਕਿੱਥੇ ਪਹੁੰਚੇ ਆ, ਕੀ ਕਰਨਾ ਹੈ, ਅੱਗੇ ਕੀ ਹੈਗਾ ਸਾਡਾ। ਉਸ ਜਿਹੜੀ ਫੇਜ਼ ਵਾਈਜ਼ ਜਿਹੜੀ ਸਾਡੀ ਪ੍ਰੋਗਰੈਸ ਹੈਗੀ ਆ, ਉਹਦੇ 'ਚ ਇਹ ਆ ਕਿ ਪਹਿਲਾਂ ਗੱਤਕੇ ਨੂੰ ਏਸ਼ੀਅਨ ਗੇਮਸ ਦੇ ਵਿੱਚ ਇੰਟਰੋਡਿਊਸ ਕਰਾਉਣਾ, ਮਾਨਤਾ ਦਿਵਾਉਣੀ, ਉਹਨਾਂ 'ਚ ਸ਼ਾਮਲ ਕਰਾਉਣਾ। ਫਿਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਕਾਮਨਵੈਲਥ ਗੇਮਸ ਹੁੰਦੀਆਂ ਨੇ ਉਹਨਾਂ 'ਚ ਸ਼ਾਮਲ ਹੋ ਜਾਣਾ। ਫਿਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਓਲੰਪਿਕ ਗੇਮਸ ਹੁੰਦੀਆਂ ਨੇ ਉਹਨਾਂ ਤੱਕ ਲੈ ਕੇ ਜਾਣਾ। ਉਹਦਾ ਇਹ ਹੈ ਜੀ ਕਿ ਸਾਰੇ ਦਰਸ਼ਕ ਜਾਣਦੇ ਆ ਕਿ 600 ਸਾਲ ਪੁਰਾਣੀ ਖੇਡ ਆ। ਤੁਸੀਂ ਦੇਖੋ ਮੱਲ ਅਖਾੜੇ ਗੁਰੂ ਅੰਗਦ ਪਾਤਸ਼ਾਹ ਨੇ ਸ਼ੁਰੂ ਕੀਤੇ, ਦੂਜੇ ਪਾਤਸ਼ਾਹ ਨੇ ਸ਼ੁਰੂ ਕੀਤੇ, ਉਹ ਸਾਡੇ ਨਹੀਂ ਰਹੇ। ਮੱਲ ਪਹਿਲਾਂ ਮੱਲ ਕਹਿੰਦੇ ਸੀ ਪਿੰਡਾਂ ਦੇ ਵਿੱਚ ਵੀ ਮੱਲ ਖੇਡ ਹੋਇਆ ਗਿਆ, ਹੈ ਨਾ, ਹਰ ਘਰ 'ਚ ਮੱਲ ਹੁੰਦਾ ਸੀ, ਕਿਉਂਕਿ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਸੀ ਕਿ ਮਤਲਬ ਪਹਿਲਵਾਨੀ ਕਰੋ, ਹੈ ਨਾ। ਉਹ ਮੱਲ ਪਹਿਲਵਾਨ ਰੈਸਲਿੰਗ ਹੋ ਕੇ ਅੱਜ ਓਲੰਪਿਕ 'ਚ ਪਹੁੰਚ ਚੁੱਕੀ ਹੈ, ਸਾਡੇ ਗੁਰੂ ਸਾਹਿਬਾਨ ਵੱਲੋਂ ਪ੍ਰਮੋਟ ਕੀਤੀ ਖੇਡ। ਪਰ ਉਸ ਦੀ ਜਿਹੜੀ ਵੀ ਇੰਟਰਨੈਸ਼ਨਲ ਜਾਂ ਨੈਸ਼ਨਲ ਬਾਡੀ ਆ, ਉਹਦੇ 'ਚ ਸਾਡਾ ਕੋਈ ਰੋਲ ਨਹੀਂ ਹੈਗਾ। ਸਹੀ ਗੱਲ, ਠੀਕ ਹੈ। ਉਹਦੇ 'ਚ ਇਹ ਵੀ ਨਹੀਂ ਕਿ ਕੋਈ ਸਿੱਖ ਪੂਰੇ ਦਾ ਪੂਰਾ ਸਾਰੀ ਤੜੀ ਰੱਖ ਕੇ ਜਾਂ ਸਭ ਕੁਝ ਕਰਕੇ ਖੇਡ ਸਕਦਾ, ਜਾਂ ਸਾਡਾ ਕਿਸੇ ਉਸ ਤਰੀਕੇ ਦਾ ਨਾ, ਮਤਲਬ ਅਸੀਂ ਉਹਨੂੰ ਸੰਭਾਲ ਨਹੀਂ ਸਕੇ। ਅਸੀਂ ਜਾਂ ਸਾਡੇ ਪੜਦਾਦੇ ਨਕੜ ਦਾਦੇ, ਅਸੀਂ ਨਹੀਂ ਸੰਭਾਲਿਆ ਉਸਨੂੰ। ਫਿਰ ਜਿਹੜੀਆਂ ਸਾਡੀਆਂ, ਮੈਂ ਤੁਹਾਨੂੰ ਇਹ ਜਿਹੜੀਆਂ ਸਿੱਖ ਗੇਮਸ ਗਣਾਈਆਂ ਨੇ, ਨੇਜੇਬਾਜੀ ਸਾਡੀ ਸੀ, ਤੀਰਅੰਦਾਜ਼ੀ ਸਾਡੀ ਗੁਰੂ ਸਾਹਿਬ ਦੀ ਸੀ, ਸ਼ੂਟਿੰਗ ਸਾਡੀ ਸੀ, ਠੀਕ ਹੈ, ਤਲਵਾਰਬਾਜੀ ਸਾਡੀ ਸੀ। ਇਹਨਾਂ ਖੇਡਾਂ, ਇਹ ਖੇਡਾਂ ਓਲੰਪਿਕ 'ਚ ਪਹੁੰਚ ਗਈਆਂ, ਪਰ ਸਾਡਾ ਕੰਟਰੋਲ ਕੋਈ ਨਹੀਂ ਗਾ। ਹੁਣ ਇਹ ਗੇਮ ਰਹਿ ਗਈ, ਇਹ ਵੀ ਹੋ ਚੱਲੀ ਸੀ। ਇਹ ਸਟਿਕ ਫਾਈਟਿੰਗ ਹੋ ਕੇ, ਰਜਿਸਟਰਡ ਹੋ ਕੇ ਇਸ ਨੂੰ ਸਟਿਕ ਫਾਈਟਿੰਗ 'ਚ ਜਾਣਾ ਸੀ ਇਸਨੇ, ਤੇ ਤੁਹਾਡਾ ਕੰਟਰੋਲ ਫਿਰ ਵੀ ਕਿਸੇ ਦਾ ਨਹੀਂ ਸੀ ਰਹਿਣਾ। ਤੇ ਇਹਦੇ 'ਚ ਉਹ ਕਿਹੜੇ ਰੂਲ ਚੱਲਣੇ ਸੀ, ਕਿੱਦਾਂ ਹੋਣਾ ਸੀ, ਕਿਉਂਕਿ ਗੱਤਕੇ ਵਾਂਗੂ ਹੀ ਖੇਡਣਾ ਸੀ। ਲੇਕਿਨ ਜਦੋਂ ਅਸੀਂ ਬਤੌਰ ਗੱਤਕਾ ਇਹਨੂੰ ਰਜਿਸਟਰਡ ਕਰਾ ਕੇ ਚੱਲ ਪਏ, ਉਹ ਰੁਕ ਗਈ, ਕਿਉਂਕਿ ਫਿਰ ਦੋ ਚੀਜ਼ਾਂ ਇੱਕੋ ਸੇਮ ਉਸ ਦੀਆਂ ਨਹੀਂ ਚੱਲ ਸਕਦੀਆਂ ਹੁੰਦੀਆਂ ਨਾ। ਤੇ ਆਪਾਂ ਇਹ ਗੇਮ ਨੂੰ ਅੱਜ ਇਸ ਗੇਮ ਤੇ ਕੰਟਰੋਲ ਆਪਣਾ ਹੈਗਾ।
ਸਾਡੀ ਵਰਲਡ ਗੱਤਕਾ ਫੈਡਰੇਸ਼ਨ ਜਿਹੜੀ ਹੈਗੀ ਆ ਉਹ ਰੂਲ ਉਹ ਫਰੇਮ ਕਰ ਰਹੀ ਆ। ਉਹਦੇ ਰੂਲ ਪਿੰਡ ਪੱਧਰ ਤੱਕ ਜਾਣਗੇ। ਜਿਹੜੇ ਵਰਲਡ 'ਚ ਰੂਲ ਫਰੇਮ ਹੋ ਗਏ ਪਿੰਡ ਪੱਧਰ ਤੱਕ ਜਾਂਦੇ, ਕਿਉਂਕਿ ਤੁਸੀਂ ਸਾਰੇ ਦਰਸ਼ਕ ਜਾਣੂ ਹੋ ਜਿਹੜੇ ਫੀਫਾ ਦੇ ਰੂਲ ਨੇ ਉਹ ਵਰਲਡ ਦੀ ਬੋਡੀ ਦੇ ਬਣੇ ਹੋਏ ਨੇ। ਉਹ ਕਿਸੇ ਯੂਐਨਓ ਦੇ ਨਹੀਂ ਬਣੇ ਹੋਏ, ਉਹ ਕਿਸੇ ਯੂਐਸਏ ਦੇ ਨਹੀਂ ਬਣੇ, ਕਿਸੇ ਯੂਕੇ ਦੇ ਨਹੀਂ ਬਣੇ ਹੋਏ। ਵਰਲਡ ਬੋਡੀ ਜੋ ਬਣਾਉਂਦੀ ਆ ਉਹ ਸਿੱਕਾ ਚੱਲਦਾ। ਫੀਫਾ ਦਾ ਰੂਲ ਫੀਫਾ ਤੋਂ ਬਣਿਆ ਹੋਇਆ। ਛੋਟੇ ਛੋਟੇ ਪਿੰਡ ਦੇ ਟੂਰਨਾਮੈਂਟ 'ਚ ਵੀ ਫੀਫਾ ਦੇ ਰੂਲ ਅਪਲਾਈ ਹੁੰਦੇ ਨੇ। ਇਸ ਕਰਕੇ ਆਪਾਂ ਇਸ ਖੇਡ ਨੂੰ ਆਪਣੇ ਦਾਇਰੇ 'ਚ ਰੱਖ ਕੇ, ਆਪਣੇ ਸਾਰੇ ਕਦਰਾਂ ਕੀਮਤਾਂ 'ਚ ਰੱਖ ਕੇ ਅਸੀਂ ਇਹ 'ਚ ਪੰਜਾਬੀ ਲਫ਼ਜ਼ ਯੂਜ਼ ਕੀਤੇ ਹੈ ਜੀ। ਜਦੋਂ ਬੱਚੇ ਖੇਡਣ ਲੱਗਦੇ ਆ ਤੇ ਉੱਥੇ ਰੈਫਰੀ ਉਹਨਾਂ ਨੂੰ ਕਹਿੰਦਾ ਟੇਕ ਫਤਿਹਨਾਮਾ। ਅੱਛਾ ਯਾ ਤੇ ਅਸੀਂ ਇਹਦੇ 'ਚ ਜਿਹੜੀ ਏਜ ਕੈਟਾਗਰੀਆਂ ਵੀ ਰੱਖੀਆਂ ਉਹ ਵੀ ਰੱਖਿਆ ਭੁਚੰਗ, ਸਿਪਰਾਰ ਜਿੱਦਾਂ ਕਰਕੇ। ਅਸੀਂ ਅੰਡਰ 14 ਨਹੀਂ ਕਹਿੰਦੇ, ਅਸੀਂ ਅੰਡਰ 19 ਨਹੀਂ ਕਹਿੰਦੇ, ਤੇ ਅਸੀਂ ਉਹਦੇ 'ਚੋਂ ਦੂਜੇ ਨਾਂ ਯੂਜ਼ ਕਰਦੇ ਹਾਂ ਸੋ ਦੈਟ ਕਿ ਸਾਡੇ ਜਿਹੜੇ ਨਾਂ ਨੇ, ਕਿਉਂਕਿ ਅਸੀਂ ਇਹ ਲਿਆ ਉੱਧਰੋਂ ਜਿਹੜੇ ਮਾਰਸ਼ਲ ਆਰਟ ਨੇ ਦੂਸਰੇ ਚੀਨੀ ਜਾਪਾਨੀ, ਉਹਦੇ ਵਿੱਚ ਜਿੰਨੀਆਂ ਹਦਾਇਤਾਂ ਜਾਂ ਹੋਰ ਨੇ ਉਹ ਉਸ ਮਾਰਸ਼ਲ ਆਰਟ ਦੀਆਂ ਉਹਨਾਂ ਦੀ ਆਪਣੀ ਲੈਂਗੁਏਜ 'ਚ ਨੇ, ਲੋਕ ਸਿੱਖਦੇ ਆ। ਤੇ ਅਸੀਂ ਫਿਰ ਕਿਉਂ ਨਾ ਆਪਣਿਆਂ ਨੂੰ ਵੀ ਸਿਖਾਈਏ, ਉਸ ਤਰੀਕੇ ਦਾ ਪ੍ਰਮੋਟ ਕਰੀਏ ਆਪਣੀ ਭਾਸ਼ਾ ਨੂੰ, ਹੈ ਨਾ। ਤੇ ਉਸ ਕਰਕੇ ਇਸ ਨੂੰ ਆਪਾਂ ਜਦੋਂ ਹੁਣ ਓਲੰਪਿਕ ਤੱਕ ਲੈ ਕੇ ਜਾਣਾ, ਪਰ ਇਹ ਇੰਨਾ ਸੌਖਾ ਨਹੀਂ ਬਿਲਕੁਲ, ਕਿਉਂਕਿ ਪਹਿਲਾਂ ਤਾਂ ਏਸ਼ੀਆ ਵਾਲਾ ਜਿਹੜਾ ਮਤਲਬ ਪਾਰ ਕਰਨਾ ਇੱਕ ਦਰਿਆ, ਉਹੀ ਬਹੁਤ ਵੱਡੀ ਗੱਲ ਹੈਗੀ ਆ। ਤੇ ਉਹਦੇ ਲਈ ਇਹ ਹੈ ਜੀ ਕਿ ਅਸੀਂ ਜਿਹੜਾ ਪਿਛਲੇ 1.5 ਦਹਾਕੇ ਦਾ ਸਫ਼ਰ ਹੈ ਇੰਡੀਆ ਦਾ, ਉਹਦੇ 'ਚ ਜੋ ਸਬਕ ਸਿੱਖੇ ਨੇ, ਉਹਦੇ 'ਚ ਜੋ ਅਸੀਂ ਚੱਲਿਆ ਸਾਰਾ ਕੁਛ, ਮਤਲਬ ਉਹ ਹੁਣ ਅਸੀਂ ਉੱਪਰ ਉਸ ਤਰੀਕੇ ਨਾਲ ਉੱਥੋਂ ਸਿੱਖੇ ਹੋਏ ਉੱਪਰ ਸਹੀ ਤਰੀਕੇ ਨਾਲ ਚੱਲਣਾ ਚਾਹੁੰਦੇ ਆ। ਉੱਥੇ ਵੀ ਸਾਨੂੰ ਇਹ ਸੀ ਕਿ ਇਹ ਤਾਂ ਪੰਜਾਬ ਦੀ ਉਹ ਖੇਡ ਹੈ। ਉੱਥੇ ਅਸੀਂ ਇੰਡੀਆ ਦੇ ਅੱਜ 24 ਸਟੇਟਾਂ ਦੇ ਵਿੱਚ ਸਾਡੀਆਂ ਐਸੋਸੀਏਸ਼ਨਸ ਬਣੀਆਂ, ਬੋਡੀਜ਼ ਰਜਿਸਟਰਡ ਨੇ। 24 ਜਿਹੜੇ ਸਟੇਟ ਨੇ ਉਹ ਖੇਡਦੇ ਆ, ਉਹਨਾਂ ਦੀਆਂ ਟੀਮਾਂ ਪਾਰਟੀਸਪੇਟ ਕਰਦੀਆਂ ਟੂਰਨਾਮੈਂਟਾਂ ਦੇ ਵਿੱਚ। ਤੇ ਉਸ ਚੀਜ਼ ਨੂੰ ਦੇਖ ਕੇ ਹੀ ਸਾਡੀ ਨੈਸ਼ਨਲ ਗੇਮ ਇੰਟਰੋਡਿਊਸ ਹੋਈ ਹੈ। ਜਿਵੇਂ ਤੁਸੀਂ ਹੁਣੀ ਗੱਲ ਕੀਤੀ ਆ ਗੱਤਕੇ ਦੇ ਬਾਰੇ 'ਚ ਜਾਂ ਸਿੱਖ ਮਾਰਸ਼ਲ ਆਰਟਸ ਦੇ ਬਾਰੇ ਵਿੱਚ ਆਪਾਂ ਗੱਲ ਕੀਤੀ ਜਾਵੇ ਤਾਂ ਗਵਰਨਮੈਂਟ ਜੌਬ ਨੂੰ ਤੁਸੀਂ ਕਰਦੇ ਪਏ ਹੋ ਪੰਜਾਬ ਲੈਵਲ ਦੀ, ਤੇ ਗੱਤਕੇ ਦੇ ਬਾਰੇ ਵਿੱਚ ਇੰਨੀ ਨੌਲੇਜ ਰੱਖਣੀ ਤੇ ਉਸ ਤੋਂ ਬਾਅਦ ਇਹਦੇ ਲਈ ਕੁਝ ਹੰਬਲਾ ਮਾਰਨਾ, ਇਹਦੇ ਲਈ ਸਮਾਂ ਕਿਵੇਂ ਨਿਕਲਦਾ ਆ? ਕਿਉਂਕਿ ਜੌਬ ਤੋਂ ਹੀ ਬੰਦਾ ਅੱਜ ਕੱਲ੍ਹ ਤਾਂ ਕਹਿ ਦਿੰਦਾ ਕਿ ਹੋਰ ਕੰਮ ਕਰਨ ਦੀ ਵੇਲ ਨਹੀਂ ਹੈਗੀ। ਸੱਚੀ ਗੱਲ ਹੈ ਜੀ। ਇਹ ਮੈਨੂੰ ਮੇਰੇ ਪਰਿਵਾਰ ਤੋਂ ਵੀ ਬਹੁਤ ਵੱਡਾ ਲੰਬਾ ਰਿਹਾ ਇਸ ਗੱਲ ਦਾ ਕਿ ਮੈਂ ਆਪਣੀ ਫੈਮਿਲੀ ਨੂੰ ਕਦੇ ਟਾਈਮ ਨਹੀਂ ਦਿੱਤਾ। ਔਰ ਮੈਂ ਮਤਲਬ ਇਸ ਗੱਲ ਨੂੰ ਲੈ ਕੇ ਚੱਲਿਆ ਕਿ ਗੁਰੂ ਸਾਹਿਬ ਨੇ ਇੱਕ ਮੇਰਾ ਉਹ ਬਦਲਿਆ, ਲਾਈਫ ਬਦਲੀ ਆ। ਮੈਂ ਇੱਕ ਨਾਰਮਲ ਸੀਗਾ, ਮੇਰਾ ਆਮ ਖੇਡ ਮੇਰੀ ਪਹਿਲਾਂ ਬਾਕਸਿੰਗ ਰਹੀ ਜਾਂ ਦੂਜੀ ਐਥਲੈਟਿਕ ਰਹੀ, ਤੇ ਮੈਂ ਕਦੇ ਇਸ ਪਾਸੇ ਗਿਆ ਹੀ ਨਹੀਂ ਸੀ। ਤੇ ਮੇਰੀ ਜਦੋਂ ਪੋਸਟਿੰਗ ਰੋਪੜ ਐਜ਼ ਏ ਬਤੌਰ DPRO ਹੋਈ ਤਾਂ ਉੱਥੇ ਹੋਲੇ ਮਹੱਲੇ ਤੇ ਗਏ, ਪ੍ਰਬੰਧਾਂ ਲਈ ਦੇਖਣ ਗਏ। ਤੇ ਉੱਥੇ ਜਦੋਂ ਚਰਨ ਗੰਗਾ ਸਟੇਡੀਅਮ ਦੇ ਵਿੱਚ ਗੱਤਕਾ ਦੇਖਿਆ ਤਾਂ ਉੱਥੇ ਉਹ ਮਨ 'ਚ ਖਿਆਲ ਆਇਆ, ਜਾਂ ਗੁਰੂ ਸਾਹਿਬ ਨੇ ਖਿਆਲ ਪਾਇਆ ਕਿ ਯਾਰ 600 ਸਾਲ ਪੁਰਾਣੀ ਖੇਡ ਹੈ, ਕਿਉਂ ਨਹੀਂ ਉੱਪਰ ਗਈ ਹਾਲੇ ਤੱਕ, ਇਹ ਕਿਉਂ ਨਹੀਂ ਹੋਈ? ਬਸ ਉਹ ਕਿਉਂ ਵਾਲਾ ਸਵਾਲ ਮੇਰੇ ਉਹ ਹੋਇਆ। ਤਾਂ ਉਸ ਤੋਂ ਬਾਅਦ ਇਹ ਜਿਹੜਾ ਚੱਲ ਸੋ ਚੱਲ, ਜਦੋਂ ਇਹ ਚੱਲ ਪਿਆ ਤਾਂ ਅੱਜ ਉੱਥੇ ਪਹੁੰਚ ਗਏ। ਮੇਰੀ ਜਿਹੜੀ ਜੌਬ ਹੈ ਉਹ 9 to 5 ਹੈ, ਤੇ ਉਹ ਘੰਟਾ ਛੱਡ ਕੇ ਮੈਂ 6 ਤੋਂ 12 ਜਿਹੜੇ ਰਾਤ ਦੇ 12 ਵਜੇ ਤੱਕ ਉਹ ਮੈਂ ਇਸ ਲਈ ਕੱਢਦਾ। ਤੇ ਜਿਹੜਾ ਕੋਈ ਵੀ ਹੌਲੀਡੇ ਆ ਜਾਂ ਸੈਟਰਡੇ ਸੰਡੇ ਵੀਕਐਂਡ ਨੇ, ਉਹ ਮੇਰੇ ਇਸੇ ਲਈ ਫੰਕਸ਼ਨਾਂ ਲਈ ਹੁੰਦੇ ਆ। ਤੇ ਉਹ ਚਲੋ ਗੁਰੂ ਮਹਾਰਾਜ ਨੇ ਪਤਾ ਨਹੀਂ ਕਿਸ ਪਾਸੇ ਲਾਉਣਾ ਸੀ, ਕਿੰਨਾ ਟਾਈਮ ਦੇਣਾ, ਉਹ ਸੱਚੇ ਪਾਤਸ਼ਾਹ ਦਾ, ਮੇਰੇ ਹੱਥ ਕੁਝ ਨਹੀਂ ਗਾ। ਮੈਂ ਜਿੱਧਰੋਂ ਚੱਲਿਆ ਜਾਂ ਹੁੰਨਾ, ਹਰ ਕਦਮ ਮੈਂ ਮੰਨ ਕੇ ਚੱਲਦਾ ਕਿ ਮੇਰਾ ਕਦਮ ਗੁਰੂ ਮਹਾਰਾਜ ਪਟਾਉਂਦੇ ਆ, ਮੈਂ ਨਹੀਂ ਪਟਦਾ। ਤੇ ਇਹਦੇ 'ਚ ਜੋ ਪ੍ਰਾਪਤੀਆਂ ਵੀ ਹੋਈਆਂ, ਮੈਨੂੰ ਨਹੀਂ ਪਤਾ ਕਿਵੇਂ ਹੋਈਆਂ, ਮੈਂ ਜਿੱਥੇ ਗਿਆ ਨਾ ਨਹੀਂ ਹੋਈ, ਔਰ ਇਹ ਪ੍ਰਾਪਤੀਆਂ ਹੁੰਦੀਆਂ ਆ ਰਹੀਆਂ ਨੇ। ਇਹ ਉਹਦੀ ਕਲਾ ਹੈ। ਇੱਕ ਸ਼ਖਸ ਜੁੜਿਆ ਤੇ ਨਾਲ ਕਾਫਲਾ ਬਣਦਾ ਗਿਆ, ਤੇ MP ਤਨਮਨਜੀਤ ਸਿੰਘ ਢੇਸੀ ਤੱਕ ਇਹ ਪਹੁੰਚਿਆ ਕਾਫਲਾ। ਸੋ ਇਹ ਸਾਰਾ ਮਤਲਬ ਕਿੰਨੇ ਕੁ ਉਤਰਾਅ ਚੜਾਅ ਵੀ ਬਥੇਰੇ ਆਏ ਹੋਣੇ ਆ, ਵਿੱਚ ਲੱਤਾਂ ਖਿੱਚਣ ਵਾਲੇ ਵੀ ਬਥੇਰੇ ਆਏ ਹੋਣੇ ਆ ਵੀ ਆ ਕਿੱਧਰ ਕਿਹੜੇ ਕੰਮਾਂ 'ਚ ਪੈ ਗਏ, ਜਾਂ ਇਹਦਾ ਕੀ ਬਣਨਾ, ਐਵੇਂ ਤੁਸੀਂ ਟਾਈਮ ਵੇਸਟ ਕਰ ਰਹੇ ਹੋ, ਇਹ ਜਿਹਾ ਵੀ ਬਹੁਤ ਸਮਾਂ ਵੇਖਿਆ ਹੋਣਾ। ਜਦੋਂ ਮੈਂ ਚੱਲਿਆ ਤਾਂ ਥੋੜੇ ਚਿਰ ਬਾਅਦ ਮੈਨੂੰ ਜਿਹੜੇ ਮੇਰੇ ਨਾਲ ਦੇ ਸਾਥੀ ਜਾਂ ਹੋਰ ਸੀਗੇ, ਉਹਨਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਣਾ ਕਿ ਤੂੰ ਚੰਗਾ ਭਲਾ ਹੈਗਾ, ਤੂੰ ਚੰਗੀ ਅਫਸਰ ਹੈ,
ਕਿਹੜੇ ਨਿੰਗਾਂ 'ਚ ਰਲ ਗਿਆ, ਇਦਾਂ ਕਹਿੰਦੇ ਸੀ ਮਤਲਬ ਮੈਨੂੰ, ਕਿਹੜੇ ਨਿੰਗਾਂ 'ਚ ਰਲ ਗਿਆ, ਮਤਲਬ ਉਹ ਐ ਨਹੀਂ ਹੋ, ਮੈਂ ਗੁਰੂ ਮਹਾਰਾਜ ਤੇ ਫਿਰ ਛੱਡ ਦਿੰਦਾ ਸੀ ਕਿ ਕੋਈ ਗੱਲ ਨਹੀਂ ਜੀ, ਇਹ ਨਿੰਗ ਵੀ ਆਪਣੀ ਹੀ ਨੇ ਤੇ ਕੌਮ ਵੀ ਆਪਣੀ ਆ, ਤੇ ਇਸ ਲਈ ਕੌਮ ਲਈ ਚੱਲੇ ਹੋਏ ਆ, ਪਤਾ ਨਹੀਂ ਗੁਰੂ ਕਰਾਉਂਦਾ। ਮੈਂ ਵੀ ਇਹ ਕਹਿੰਦਾ ਸੀ ਮੈਨੂੰ ਕੁਝ ਨਹੀਂ ਪਤਾ, ਗੁਰੂ ਕਰਾਉਂਦਾ। ਔਰ ਉਹੀ ਸੱਚੀ ਹੈ। ਹੁਣ ਵੀ ਜਿਹੜਾ ਮੈਂ ਇੱਥੇ ਤੁਹਾਡੇ ਕੋਲ ਆਇਆ ਹੋਇਆ, ਮੈਨੂੰ ਆਲਮੋਸਟ ਮੇਰਾ 3 ਕੁ ਮਹੀਨਿਆਂ ਦਾ ਇਹ ਟੂਰ ਸੀਗਾ ਸਿਰਫ ਗੱਤਕੇ ਦੀ ਪ੍ਰਮੋਸ਼ਨ ਲਈ। ਤੇ ਮੈਂ ਦੁਬਈ, UK ਐਂਡ ਇੱਥੇ ਨਾਰਥ ਅਮਰੀਕਾ ਦੋਨੋਂ ਮਤਲਬ ਮੈਂ ਘੁੰਮਿਆ ਹੈਗਾ, ਘੁੰਮ ਰਿਹਾ, ਹਾਲੇ ਜਾ ਰਿਹਾ, ਅਲੱਗ-ਅਲੱਗ ਥਾਵਾਂ ਤੇ ਅਪੀਲ ਕਰ ਰਿਹਾ ਸਭ ਨੂੰ ਕਿ ਆਓ ਆਪਾਂ ਗੱਤਕੇ ਨੂੰ ਓਲੰਪਿਕ 'ਚ ਸ਼ਾਮਿਲ ਕਰਾਉਣਾ ਹੈ, ਇਕੱਠੇ ਹੋਈਏ, ਕੌਮ ਇਕੱਠੀ ਹੋਵੇ। ਲੱਤਾਂ ਖਿੱਚਣ ਵਾਲੀ ਗੱਲ ਤੁਹਾਡੀ ਬਿਲਕੁਲ ਸਹੀ ਹੈ, ਬੜੇ ਲੱਤਾਂ ਖਿੱਚਣ ਵਾਲੇ ਹੈਗੇ ਆ, ਖਿੱਚਦੇ ਰਹੇ ਆ, ਅੱਗੇ ਵੀ ਤਿਆਰ ਆ ਕਿ ਖਿੱਚਦੇ ਰਹਿਣਗੇ। ਅੱਛਾ, ਉਹਦੇ 'ਚ ਕੀ ਸੀਗਾ ਕਿ ਕੁਝ ਬੰਦਿਆਂ ਨੇ ਸਾਥ ਵੀ ਛੱਡਿਆ। ਕਈ ਵਾਰੀ ਉਸ ਦੇ ਵਿੱਚੋਂ ਇਦਾਂ ਵੀ ਜੀ ਕੀਤਾ ਕਿ ਘਰ ਬਹਿ ਜਾਈਏ ਯਾਰ, ਵੀ ਜੇ ਤੁਸੀਂ ਇੰਨਾ ਕੰਮ ਕਰਦੇ ਆ ਤੇ ਵੀ ਤੁਹਾਡੀ ਮਤਲਬ ਹੈਗੀ ਆ, ਲੱਤਾਂ ਖਿੱਚਦੇ ਆ, ਕਿਸੇ ਨੇ ਇਹ ਕਹਿਣਾ ਨਹੀਂ ਕਿ ਮਤਲਬ ਤੁਸੀਂ ਇਹ ਕੰਮ ਠੀਕ ਕਰ ਲਿਆ ਕੰਮ ਇਹ, ਹੈ ਨਾ, ਜਦਾਂ ਹੈਗਾ। ਤੇ ਪਰ ਜਿਹੜੇ ਮੇਰੇ ਸਾਥੀ ਸੀਗੇ ਉਹ ਕਹਿੰਦੇ ਅਸਲ ਜੀ ਜਦੋਂ ਮੈਂ ਇਹ ਚੱਲਿਆ ਨਾ, ਤੇ ਗਿਆਨੀ ਤਰਲੋਚਨ ਸਿੰਘ ਜੀ ਜਿਹੜੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਸਿਰੋਪਾਓ ਦਿੱਤਾ ਸੀ। ਉਹ ਕਹਿੰਦੇ ਕਿ ਜਦੋਂ ਅਸੀਂ ਗੱਲ ਦੱਸੀ ਉਹਨਾਂ ਨੂੰ ਕਿ ਅਸੀਂ ਗੱਤਕੇ ਨੂੰ ਇਦਾਂ ਪ੍ਰਮੋਟ ਕਰਨਾ ਚਾਹੁੰਦੇ ਹਾਂ, ਤੇ ਉਹ ਕਹਿੰਦੇ ਵੀ ਸਿਰੋਪਾ ਲਿਆਓ ਬਈ। ਤੇ ਅਸੀਂ ਕਿਹਾ ਕੀ ਉਹ ਕਰਨਾ ਹੈ? ਉਹ ਕਹਿੰਦੇ ਜਿਹੜਾ ਬੋਲੇ ਉਹੀ ਕੁੰਡਾ ਖੁੱਲੇ ਤੇ ਇਹਨੂੰ ਚਲਾਓ। ਤਾਂ ਫਿਰ ਉਹ ਮੈਨੂੰ ਇਹ ਮਤਲਬ ਜਵਾਬ ਮਿਲਦਾ ਰਿਹਾ ਕਿ ਫਿਰ ਸਿਰੋਪਾ ਮੋੜਿਆ ਉੱਥੇ ਖਾਲਸੇ ਦੀ ਜਨਮ ਭੂਮੀ ਤੇ। ਤਾਂ ਬਸ ਉਹ ਫਿਰ ਜਿਹੜਾ ਸੀਗਾ ਉਹ ਮਨ ਨੂੰ ਚੋਟ ਮਤਲਬ ਖਾਂਦੀ ਸੀ ਕਿ ਨਹੀਂ, ਜੇ ਖਾਲਸੇ ਦੀ ਜਨਮ ਭੂਮੀ ਤੋਂ ਚੱਲੇ ਹਾਂ ਤਾਂ ਹੁਣ ਇਹ 2-4 ਗੱਲਾਂ ਕਰਕੇ, 2-4 ਬੰਦਿਆਂ ਕਰਕੇ ਹੋਣਾ ਕਰ। ਤੇ ਮੈਨੂੰ ਇੱਕ ਨੇ ਮੇਰੇ ਇਹ ਡਾਕਟਰ ਦੀਪ ਸਿੰਘ USA ਵਾਲੇ ਨੇ, ਜਿਹੜੇ ਸਾਡੇ ਜਨਰਲ ਸੈਕਟਰੀ ਨੇ ਵਰਡ ਕਿਤੇ ਖਬਰੇ, ਮੈਨੂੰ ਉਹਨਾਂ ਨੇ ਉਦਾਹਰਨ ਦਿੱਤੀ। ਕਹਿੰਦੇ ਯਾਰ ਤੁਸੀਂ ਫਲਾਈਟ ਫੜਨੀ ਆ, ਤੁਸੀਂ ਟ੍ਰੇਨ ਫੜਨੀ ਆ, ਤੇ ਰਾਹ 'ਚ ਕੋਈ ਖੜਾ ਹੈ ਕਮਲਾ ਜਾਂ ਕੁਝ ਹੋਰ ਖੜਾ ਹੈ, ਉਹ ਤੁਹਾਡੇ ਪੱਥਰ ਮਾਰ ਗਿਆ ਗੱਡੀ ਤੇ ਜਾਂ ਤੁਹਾਡੇ ਮਾਰ ਗਿਆ, ਤੁਸੀਂ ਗੱਡੀ 'ਚ ਉਤਰ ਕੇ ਉਹਦਾ ਪੱਥਰ ਰੋਕਣ ਲਈ ਉਹਨੂੰ ਗਾਲ ਕੱਢੋਗੇ, ਜਦੋਂ ਨਾਲ ਲੜੋਗੇ ਕਿ ਫਲਾਈਟ ਫੜਨੀ ਆ। ਮੈਂ ਕਿਹਾ ਠੀਕ ਹੈ। ਕਹਿੰਦਾ ਹਾਥੀ ਤੁਰਦਾ ਰਹਿੰਦਾ, ਉਹਦੇ ਪਿੱਛੇ ਕੁੱਤੇ ਭੌਂਕਦੇ ਰਹਿੰਦੇ ਹੁੰਦੇ ਨੇ, ਤੁਸੀਂ ਤੁਰੇ ਜਾਓ। ਮਤਲਬ ਉਹ ਮੈਨੂੰ ਕਹਿੰਦਾ, ਉਹਨਾਂ ਦਾ ਇਹ ਕਹਿਣਾ ਸੀ। ਬਸ ਉਹ ਜਿਹੜੀਆਂ ਇੱਕ ਉਹ ਚੱਲੀਆਂ, ਕਿਹਾ ਉਹ ਗੁਰੂ ਮਹਾਰਾਜ ਨੇ ਅੱਜ ਤੱਕ ਇੱਥੇ ਤੱਕ ਪਹੁੰਚਾਇਆ, ਤੁਹਾਡੇ ਤੱਕ ਆ ਗਏ। ਪਤਾ ਨਹੀਂ ਅੱਗੇ ਕੀ ਸੇਵਾ ਲੈਣੀ ਆ, ਇਹ ਗੁਰੂ ਸਾਹਿਬ ਨੂੰ ਪਤਾ। ਪਰ ਉਹ ਜਿਸ ਦਿਨ ਗੁਰੂ ਸਾਹਿਬ ਰੋਕ ਦੇਣਗੇ ਜਾਂ ਕਹਿ ਦੇਣਗੇ, ਉਸ ਦਿਨ ਮੈਂ ਵੀ ਘਰ ਭੇਜੂੰਗਾ। ਤੇ ਇਹ ਖੇਡ ਹੈ, ਇਸ ਨੂੰ ਕਿੱਥੇ ਕਿਤੇ ਲੈ ਕੇ ਜਾਂਦੇ ਆ। ਮੇਰੀ ਅਕਾਲ ਪੁਰਖ ਤੇ ਬਹੁਤ ਵੱਡਾ ਵਿਸ਼ਵਾਸ ਹੈ ਕਿ ਇੱਕ ਅਰਦਾਸ ਕਰਕੇ ਚੱਲਿਆ, ਇਹ ਓਲੰਪਿਕ ਤੱਕ ਜਾਊਗੀ, ਜ਼ਰੂਰ ਜਾਊਗੀ, ਕਿਉਂਕਿ ਇਹਦੇ ਬਰਾਬਰ ਦੀਆਂ ਖੇਡਾਂ ਪਹੁੰਚੀਆਂ ਹੋਈਆਂ ਨੇ। ਆਮ ਤੌਰ ਤੇ ਜਦੋਂ ਗੱਲਬਾਤ ਕਰਦੇ ਹਾਂ, ਤੁਸੀਂ ਗੱਤਕੇ ਦੀ ਗੱਲ ਕੀਤੀ ਹੈ, ਕੁਝ TV ਸਟੇਜ ਸ਼ੋਜ਼ ਦੇ ਵਿੱਚ ਵੀ ਅਸੀਂ ਲਾਈਵ ਪਰਫਾਰਮੈਂਸਿਸ ਗੱਤਕੇ ਦੀਆਂ ਵੇਖੀਆਂ ਨੇ, ਤੇ ਜਿਹਦੇ ਵਿੱਚ ਕਾਫੀ ਜਿਹੜੇ ਆ ਡੇਂਜਰਸ ਐਕਟ ਕੀਤੇ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਵੀ ਇਹ ਚੀਜ਼ ਵੀ ਗੱਤਕੇ ਨੂੰ ਪ੍ਰਮੋਟ ਕਰ ਰਹੀ ਹੈ, ਜਾਂ ਕੀ ਉਹ ਵੀ ਅਸਲ ਗੱਤਕਾ ਹੈ? ਅਸਲ ਜੀ ਬਹੁਤ ਥਾਵਾਂ ਤੇ ਸਵਾਲ ਉੱਠਦਾ ਹੈ। ਮੈਂ ਜਦੋਂ ਵੀ ਕਿਤੇ ਗਿਆ, ਗੁਰਦੁਆਰਾ ਸਾਹਿਬਾਨ 'ਚ ਜਾਂ ਹੋਰ ਵੀ ਕਿਤੇ ਗਿਆ, ਮੈਨੂੰ ਸਵਾਲ ਇਹ ਹਮੇਸ਼ਾ ਹੁੰਦਾ, TV 'ਤੇ ਵੀ, ਮੀਡੀਆ 'ਚ ਵੀ ਹੁੰਦਾ। ਮੈਂ ਇਹਦੇ 'ਤੇ ਫਿਰ ਆਰਟੀਕਲ ਵੀ ਲਿਖਿਆ, ਇਹਦੇ ਅਗੇਂਸਟ ਲਿਖਿਆ, ਔਰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਕਰਵਾਇਆ। ਇਹ ਸਾਰੇ ਦਰਸ਼ਕ ਜਾਣਦੇ ਆ, ਤੁਹਾਨੂੰ ਵੀ ਪਤਾ, ਤੁਸੀਂ ਇਸ ਕੌਮ ਦੇ ਨਾਲ ਜੁੜੇ ਹੋ, ਕਿ ਕੀ ਸਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਾਂ ਦਸ਼ਮੇਸ਼ ਪਿਤਾ ਨੇ ਜਦੋਂ ਇਹ ਸਾਨੂੰ ਯੁੱਧ ਕਲਾ ਬਖਸ਼ੀ ਹੈ, ਕਿ ਉਦੋਂ ਇਹ ਸਾਨੂੰ ਨਾਲ ਦਿੱਤਾ ਸੀ? ਜੇ ਅਸੀਂ ਗੁਰਬਾਣੀ ਦੇ ਵਿੱਚ ਕੋਈ ਅੱਖਰ ਨਹੀਂ, ਲਗਾ ਮਾਤਰਾ ਨਹੀਂ ਜੋੜ ਸਕਦੇ ਜਦੋਂ, ਤਾਂ ਅਸੀਂ ਇਹਨੂੰ ਕਿਵੇਂ ਇਹਦੇ ਵਿੱਚ ਇੰਟਰੋਡਿਊਸ ਕੋਈ ਚੀਜ਼ ਕਰ ਸਕਦੇ ਹਾਂ? ਸਟੰਟਬਾਜੀ ਹੈ ਜਿਹੜੀ, ਇਹ ਕਦੇ ਵੀ ਨੈਵਰ ਐਵਰ ਮਤਲਬ 600 ਸਾਲ ਤੋਂ ਕਦੇ ਪਾਰਟ ਨਹੀਂ ਰਹੀ, ਨਾ ਹੀ ਕਦੇ ਹੋਈ ਹੈ, ਨਾ ਹੀ ਹੋਣੀ ਹੈ। ਪਰ ਕੁਝ ਲੋਕ ਪੈਸੇ ਦੇ ਲਾਲਚ ਦੇ ਵਿੱਚ ਗੱਤਕੇ ਦੇ ਨਾਂ ਹੇਠ ਉਹ ਸਟੰਟਬਾਜੀ ਤੇ ਬਾਜ਼ੀਗਰੀ TV ਚੈਨਲਾਂ ਤੇ ਦਿਖਾਉਂਦੇ ਆ। ਉਹ ਨਹੀਂ ਦਿਖਾਉਂਦੇ, TV ਚੈਨਲ ਆਪਣੀ TRP ਵਧਾਉਣ ਲਈ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕੀ ਨਵਾਂ ਸਟੰਟ ਕਰ ਸਕਦੇ ਹੋ, ਇਸ ਵਾਰੀ ਤੁਸੀਂ ਕੀ ਚੀਜ਼ ਨਵੀਂ ਇੰਟਰੋਡਿਊਸ ਕਰੋਗੇ। ਤੁਸੀਂ ਯਾਦ ਹੋਵੇ ਭੈਣ ਜੀ ਤੁਹਾਨੂੰ ਇਸ ਗੱਲ ਦਾ ਕਿ ਸਾਡਾ ਜਿਹੜਾ ਗਿੱਧਾ ਭੰਗੜਾ ਸੀ ਕਿੰਨਾ ਟ੍ਰੈਡੀਸ਼ਨਲ ਸੀਗਾ, ਤੇ ਜਦੋਂ ਇਹ TV ਚੈਨਲਾਂ ਦੇ ਬਸ ਪੈ ਗਿਆ ਤਾਂ ਜਿਹੜਾ ਕੱਪੜੇ ਸੀ ਕੁੜੀਆਂ ਦੇ ਕਿੰਨੇ ਛੋਟੇ ਰਹਿ ਗਏ,
ਜਾਂ ਉਹ ਜਿਹੜੀਆਂ ਗਿੱਧਾ ਜਾਂ ਭੰਗੜਾ ਪੈ ਰਿਹਾ ਉਹਦੇ ਪਿੱਛੇ ਜਿਹੜੇ ਬੈਕਗ੍ਰਾਉਂਡ 'ਚ ਕਲਾਕਾਰ ਨੱਚ ਰਹੇ ਹੁੰਦੇ ਨੇ, ਅੱਧਨੰਗੀਆਂ ਕੁੜੀਆਂ ਨਾਲ ਨਚਾਤੀਆਂ ਤੇ ਸਾਡਾ ਸੱਭਿਆਚਾਰ ਵਿਗਾੜਤਾ। ਮੈਨੂੰ ਵੀ ਟੀਵੀ ਚੈਨਲਾਂ ਦੀ ਅਪਰੋਚ ਆਈ ਕਿ ਜੇ ਸਾਨੂੰ ਟੀਮ ਭੇਜੋ, ਅਸੀਂ ਉੱਥੇ ਸ਼ੋਅ ਕਰਾਉਣਾ। ਤੇ ਮੈਂ ਕਿਹਾ ਕੋਈ ਨਹੀਂ, ਕਰ ਦਿੰਦੇ ਆ। ਕਹਿੰਦੇ ਅਸੀਂ ਸਮਾਨ ਕੀ ਤਿਆਰ ਕਰੀਏ? ਮੈਂ ਕਿਹਾ ਸਮਾਨ ਕਾਹਦਾ, ਸਾਡੇ ਕੋਲ ਤਾਂ ਆਪਣਾ ਹੁੰਦਾ, ਸ਼ਸਤਰ ਹੁੰਦੇ ਆ ਸਾਰੇ। ਕਹਿੰਦੇ ਨਹੀਂ, ਉਹ ਤੇਲ ਤੂਲ ਗੁੱਟੀ ਪਟਾਪਾ। ਮੈਂ ਫਿਰ ਉੱਥੇ ਜੀ ਪੈ ਗਿਆ ਉਹਨਾਂ ਨੂੰ ਕਿ ਤੁਸੀਂ ਸਾਡਾ ਪਹਿਲਾਂ ਸੱਭਿਆਚਾਰ ਵਿਗਾੜਤਾ, ਸਾਡੇ ਗੱਤਕੇ ਨੂੰ ਗੱਤਕਾ ਰਹਿਣ ਦਿਓ, ਇਹ ਕੰਮ ਨਾ ਕਰੋ। ਤੇ ਫਿਰ ਇੱਕ ਮੁੰਡੇ ਦੀ ਡੈਥ ਹੋ ਗਈ ਨਾਰੀਅਲ ਤੋੜਦਿਆਂ ਦੀ, ਤੇ ਉਹ ਨੌਜਵਾਨ ਮੁੰਡਾ ਸੀ 22 ਸਾਲ ਦਾ। ਫਿਰ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਸਰਦਾਰ ਕਿਰਪਾਲ ਸਿੰਘ ਬਡੂੰਗਰ ਜੀ, ਉਹਨਾਂ ਨੂੰ ਬੇਨਤੀ ਕੀਤੀ, ਚਿੱਠੀ ਲਿਖੀ, ਤਾਂ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਕਹਿ ਕੇ ਇੱਕ ਅੱਜ ਹੁਕਮਨਾਮਾ ਜਾਰੀ ਹੋਇਆ ਕਿ ਕੋਈ ਵੀ ਗੱਤਕੇ ਵਾਲਾ ਸਿੰਘ ਜਾਂ ਬਾਣੇ ਦੇ ਵਿੱਚ ਕੋਈ ਸਟੰਟਬਾਜੀ ਜਾਂ ਬਾਜੀਗਰੀ ਗੱਤਕੇ ਦੇ ਨਾਮ ਹੇਠ ਨਹੀਂ ਕਰੂ। ਉਹ ਬਾਣਾ ਪਾ ਕੇ ਜੋ ਮਰਜ਼ੀ ਕਰੀ ਜਾਵੇ, ਪਰ ਉਹ ਗੱਤਕਾ ਨਾ ਕਹੇ। ਉਹ ਗੱਤਕਾ ਖੇਡਦੇ ਵੀ ਨਹੀਂ ਜੀ, ਉਹ ਗੱਤਕਾ ਉਸ ਸ਼ੋਅ ਦੇ ਵਿੱਚ ਖੇਡਦੇ ਵੀ ਨਹੀਂ। ਹਾਰਡਲੀ ਕੋਈ ਛੋਟੀ ਛੱਟੀ ਘੁਮਾ ਕੇ ਐਵੇਂ 2-4 ਮਿੰਟ ਦੀ ਇਹ ਲੋਕਾਂ ਨੂੰ ਸ਼ੋਅ ਕਰ ਲਈ ਕਿ ਇਹ ਗੱਤਕਾ ਹੈਗਾ। ਤੇ ਇਸ ਕਰਕੇ ਮੇਰੀ ਸਾਰੀ ਕੌਮ ਨੂੰ ਔਰ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਨੂੰ ਔਰ ਹੋਰ ਚੇਤਨ ਲੋਕਾਂ ਨੂੰ ਸਾਰੇ ਨੂੰ ਇਹ ਆ ਕਿ ਤੁਸੀਂ ਨਗਰ ਕੀਰਤਨਾਂ 'ਚ ਜਦੋਂ ਟੀਮ ਬੁਲਾਉਂਦੇ ਹੋ, ਉਹਦੇ ਨਾਲ ਪਹਿਲਾਂ ਗੱਲ ਖੋਲ੍ਹ ਕੇ ਚੱਲੋ ਕਿ ਤੁਸੀਂ ਉੱਥੇ ਕੋਈ ਵੀ ਇੱਦਾਂ ਦਾ ਸਟੰਟਬਾਜੀ ਨਹੀਂ ਕਰੋਗੇ। ਇਹਦਾ ਸਾਨੂੰ ਨੁਕਸਾਨ ਕੀ ਹੈ? ਉਲਟਾ ਕੋਈ ਵੀ ਬੰਦਾ ਆਪਣੇ ਬੱਚੇ ਨੂੰ ਜਦੋਂ ਗੱਤਕਾ ਸਿੱਖਣ ਲਈ ਭੇਜਦਾ ਤਾਂ ਪਹਿਲਾਂ ਇਹ ਕਹਿੰਦੇ ਆ ਉਹਨਾਂ ਨੂੰ, ਟ੍ਰੇਨਰ ਨੂੰ, ਕਿ ਜੀ ਸਾਡਾ ਮੁੰਡਾ ਅਗਨੀ ਮੁਚੋਂ ਕੱਢੂ ਕੋਈ, ਇਹਨੂੰ ਇਹ ਟਿਊਬਾਂ ਨਹੀਂ ਖਵਾਉਣੀਆਂ, ਇਹਨੂੰ ਤੁਸੀਂ ਇਹ ਨਹੀਂ ਕਰਨਾ ਹੈਗਾ। ਕੌਣ ਹੈ ਜੀ? ਮੈਂ ਵੀ ਨਹੀਂ ਆਪਣੇ ਬੱਚੇ ਨੂੰ ਕਹੂੰਗਾ ਕਿ ਉਹ ਜਾ ਕੇ ਮਤਲਬ ਅੱਗ ਨਾਲ ਖੇਡੇ, ਹੈ ਨਾ, ਜਾਂ ਨਾਰੀਅਲ ਤੋੜਦਾ ਹੋਵੇ ਸਿਰ 'ਤੇ ਕੋਈ ਲੱਗੇ ਇੱਦਾਂ ਦਾ। ਇਸ ਕਰਕੇ ਇਹ ਡੈਟਰੈਂਟ ਹੈ ਗੱਤਕੇ ਦੀ ਪ੍ਰਮੋਸ਼ਨ ਲਈ, ਤੇ ਇਸ ਕਰਕੇ ਨਾ ਹੀ ਸਾਡਾ ਪਾਰਟ ਹੈ, ਤੇ ਅਸੀਂ ਕਿਉਂ ਉਸ ਨੂੰ ਗੱਤਕੇ ਨੂੰ ਵਿਗਾੜ ਕੇ ਇਹ ਚੱਲੀਏ। ਸੋ ਇਹ ਹੈ ਜੀ ਕਿ ਵੀ ਮੈਂ ਸਾਰੀ ਕੌਮ ਨੂੰ ਇਹ ਅਪੀਲ ਕਰਦਾ ਕਿ ਚਲੋ ਇਹ ਤਾਂ 2-4 ਅਖਾੜੇ ਨੇ ਜੀ ਜਿਹੜੇ ਕਿਤੇ 4 ਪੈਸਿਆਂ ਦੇ ਲਾਲਚ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਆ, ਠੀਕ ਹੈ। ਬਾਕੀ ਅਦਰਵਾਈਜ਼ ਮੋਸਟਲੀ 90% ਜਿਹੜੇ ਸਾਡੇ ਅਖਾੜੇ ਨੇ ਉਹ ਕਿਤੇ ਵੀ ਇੱਦਾਂ ਦਾ ਜਿਹੜਾ ਹੈਗਾ ਸਟੰਟਬਾਜ਼ੀਆਂ 'ਚ ਨਹੀਂ ਪੈਂਦੇ ਹੈਗੇ। ਤੁਸੀਂ ਜਿਵੇਂ ਓਲੰਪਿਕਸ ਤੱਕ ਜਾਣ ਦੀ ਗੱਲ ਕੀਤੀ ਹੈ, ਤਾਂ ਉਹਦੇ ਵਿੱਚ ਵੱਖ-ਵੱਖ ਮੁਲਕਾਂ ਤੋਂ ਟੀਮਾਂ ਵੀ ਭਾਗ ਲੈਣਗੀਆਂ ਗੱਤਕੇ ਦੇ ਵਿੱਚ। ਜੇ ਇਹ ਚੀਜ਼ ਆਪਾਂ ਰੱਬ ਕਰੇ ਅੱਗੇ ਤੱਕ ਸਹੀ ਸੇਧ ਵੱਲ ਜਾਂਦੇ ਹਾਂ, ਵੱਖ-ਵੱਖ ਜੇ ਅਸੀਂ ਇਕੱਲੇ ਭਾਰਤ ਦੀ ਐਗਜ਼ਾਮਪਲ ਲੈ ਲਈਏ, ਅਲੱਗ-ਅਲੱਗ ਸਟੇਟਸ ਤੋਂ ਵੀ ਪਲੇਅਰ ਆ ਕੇ ਖੇਡਣਗੇ, ਕੀ ਗੱਤਕਾ ਇੱਕ ਨੌਨ ਸਿੱਖ ਪਲੇ ਕਰ ਸਕਦਾ ਹੈ? ਐਂਡ ਸੈਕੰਡਲੀ ਇਹਦੇ ਵਿੱਚ ਬੀਬੀਆਂ ਦੀ ਕਮੀ ਕਿਉਂ? ਬਹੁਤ ਵੱਡੀ ਗਿਣਤੀ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਨੇ ਅੰਮ੍ਰਿਤਧਾਰੀ ਨੇ ਐਂਡ ਸਭ ਕੁਝ ਹੈ, ਪਰ ਮੈਂ ਬਹੁਤ ਘੱਟ ਬੀਬੀਆਂ ਨੂੰ ਗੱਤਕੇ ਕਰਦੇ ਵੇਖਿਆ। ਨਹੀਂ, ਬੀਬੀਆਂ ਤਾਂ ਜੀ ਅੱਜ ਜ਼ਰੂਰ, ਤੁਹਾਡੀ ਗੱਲ ਬਿਲਕੁਲ ਪਰਫੈਕਟ ਹੈ। ਸਟਾਰਟਿੰਗ ਦੇ ਵਿੱਚ ਸੀ, ਸਟਾਰਟਿੰਗ ਸਾਡੇ ਇਹ ਜਿਹੜੇ ਟੂਰਨਾਮੈਂਟ ਹੁੰਦੇ ਨੇ ਮੇਲ ਐਂਡ ਫੀਮੇਲ ਦੇ ਹੁੰਦੇ ਆ ਜੀ, ਮਤਲਬ ਉਨੀ ਮੇਲ ਦੀਆਂ ਟੀਮਾਂ ਉਨੀਆਂ ਬਰਾਬਰ ਫੀਮੇਲ ਦੀਆਂ ਟੀਮਾਂ ਆਉਣੀਆਂ ਚਾਹੀਦੀਆਂ ਨੇ। ਪਰ ਸਟਾਰਟਿੰਗ ਦੇ ਵਿੱਚ ਕਈ ਏਜ ਗਰੁੱਪ ਜਿਹੜੇ ਹੁੰਦੇ ਸੀ ਉਹਦੇ 'ਚ ਫੀਮੇਲ ਦੀ ਟੀਮ ਆਉਂਦੀ ਹੀ ਨਹੀਂ ਸੀ, ਕਹਿੰਦੇ ਕੁੜੀਆਂ ਹੈ ਨਹੀਂ ਜੀ, ਖੇਡਦੀਆਂ ਨਹੀਂ। ਖਾਸ ਕਰ ਇੱਕ ਤਾਂ ਇਹ ਸੀਗਾ ਜੀ ਕਿ ਜਿਹੜੀਆਂ ਕੁੜੀਆਂ ਸਿੱਖਦੀਆਂ ਨੇ ਨਾ ਗੱਤਕਾ, ਜਦੋਂ ਉਹ ਵਿਆਹੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਸਹੁਰੇ ਪਰਿਵਾਰ ਉਹਨਾਂ ਦੀ ਖੇਡ 'ਤੇ ਰੋਕ ਲਾ ਦਿੰਦੇ ਆ। ਇਹ ਵੱਡਾ ਸਾਡੇ ਲਈ ਉਹ ਹੈਗਾ। ਈਵਨ ਕਿ ਸਾਡੀਆਂ ਜਿਹੜੀਆਂ ਕੁੜੀਆਂ ਰੈਫਰੀ ਤਿਆਰ ਕਰਦੇ ਹਾਂ, ਅਸੀਂ ਕੋਚ ਤਿਆਰ ਕਰਦੇ ਹਾਂ, ਟ੍ਰੇਨਰ ਤਿਆਰ ਕਰਦੇ ਹਾਂ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ, ਉਹਨਾਂ ਦੇ ਹਸਬੈਂਡ ਜਾਂ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਉਸ ਪਾਸੇ ਅਲਾਓ ਨਹੀਂ ਕਰਦਾ ਕਿ ਤੁਸੀਂ ਜਾ ਕੇ ਸਫ਼ਰ ਕਰੋ। ਤੇ ਮੰਨ ਲਓ ਕੁੜੀ ਕੋਈ ਸੰਗਰੂਰ ਦੀ ਹੈ, ਹੁਣ ਸਾਡਾ ਕੋਈ ਅੰਮ੍ਰਿਤਸਰ ਟੂਰਨਾਮੈਂਟ ਹੈ, ਅਸੀਂ ਉਹਨੇ ਉੱਥੇ ਰੈਫਰੀ ਦੀ ਡਿਊਟੀ ਲਾ ਦਈਏ ਕਿ ਤੂੰ ਮੈਚ ਖਿਲਾਉਣੇ ਆ, ਤੇ ਉਹ ਸਹੁਰਾ ਪਰਿਵਾਰ ਕਈ ਵਾਰੀ ਨਹੀਂ ਅਲਾਓ ਕਰਦਾ ਕਿ ਨਹੀਂ ਤੇ ਨਹੀਂ ਜਾਣਾ ਹੈਗਾ। ਇਹ ਸਾਡੇ ਇੱਕ ਦੇਖੋ ਗੁਰਸਿੱਖੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਨੂੰ ਬਰਾਬਰ ਦਾ ਦਿੱਤਾ, ਪਰ ਅਸੀਂ ਅੱਜ ਦੇ ਸਮੇਂ 'ਚ ਵੀ ਇੰਨੇ ਐਡਵਾਂਸ ਹੋ ਕੇ ਵੀ ਅਸੀਂ ਆਪਣੀਆਂ ਬੀਬੀਆਂ ਨੂੰ ਉਨੀ ਖੁੱਲ੍ਹ ਨਹੀਂ ਦੇ ਰਹੇ। ਦੂਜੀ ਗੱਲ ਭੈਣ ਜੀ, ਤੁਸੀਂ ਆਪ ਜਾਣੋ ਕੁੜੀਆਂ ਕਿੰਨਾ ਕੁਝ ਫੇਸ ਕਰਦੀਆਂ ਨੇ, ਕਿੰਨੀ ਟੌਂਟਿੰਗ ਫੇਸ ਕਰਦੀਆਂ ਨੇ। ਇਹ ਤਾਂ ਸਵੈ ਰੱਖਿਆ ਦੀ ਐਡੀ ਵਧੀਆ ਖੇਡ ਹੈਗੀ ਆ, ਸਸਤੀ ਖੇਡ ਹੈ। ਤੁਸੀਂ ਤੁਰੇ ਜਾਂਦੇ ਹੋ, ਕਿਸੇ ਮੰਚਲੇ ਨੇ ਕੁਝ ਕਹਿਤਾ, ਤੁਸੀਂ ਮਾੜੀ ਛਾਲ ਮਾਰ ਕੇ ਬੰਦਾ ਦਰਖਤ ਦੀ ਟਾਹਣੀ ਤੋੜ ਲਏ, ਉਸੇ ਨਾਲ ਹੀ ਉਹਦਾ ਸਾਹਮਣਾ ਕਰਦੀ ਆ, ਜਾਂ ਹੋਰ ਕਿਤੋਂ ਕੋਈ ਡੰਡਾ ਮਿਲ ਜੇ ਤੇ ਉਹਨੂੰ ਸੁਧਾਰ ਸਕਦੀ ਆ, ਹੈ ਨਾ। ਮਤਲਬ ਦੂਸਰੀ ਗੱਲ, ਕੁੜੀ ਦੇ ਆਪਣੇ ਕੋਲੇ ਕੋਈ ਸਕਿੱਲ ਹੈਗਾ, ਉਹ ਡਰਦੀ ਨਹੀਂ। ਸੈਲਫ ਡਿਫੈਂਸ ਅੱਜ ਦੇ ਟਾਈਮ 'ਚ ਖਾਸ ਤੌਰ ਤੇ ਵੱਡੀ ਚੀਜ਼ ਹੈ ਜੀ ਇਹ ਚੀਜ਼। ਤੇ ਦੇਖੋ ਗੱਤਕਾ ਸੈਲਫ ਡਿਫੈਂਸ ਦੀ ਬਹੁਤ ਸਸਤੀ, ਸੁਖਾਲੀ ਤੇ ਬਿਹਤਰ ਖੇਡ ਆ। ਇਹਦੇ ਜੀ ਮੈਂ ਛੋਟੀ ਜਿਹੀ ਗੱਲ ਕਰਦਾ, ਸਿੱਖਣ ਲਈ ਤਾਂ ਸਾਨੂੰ 4 ਕਾਰਾਂ ਦਾ ਪਾਰਕਿੰਗ ਜਿੰਨੀ ਕੁ ਹੁੰਦੀ ਅਸੀਂ ਉਨੇ ਸਿੱਖ ਲੈਂਦੇ ਹਾਂ। ਸਸਤੀ ਇੰਨੀ ਆ, ਸਾਡੇ ਇੰਡੀਆ ਦਾ 200 ਰੁਪਈਆ ਆਉਂਦਾ, ਉਹਦੀ ਸੋਟੀ ਆ ਜਾਂਦੀ ਹੈ।
ਤੇ ਸੁਖਾਲੀ ਇੰਨੀ ਹੈ ਜੀ ਕਿ ਇਹਨੂੰ ਤੁਸੀਂ, ਮੈਂ ਕਹਿੰਦਾ ਗਰੰਟੀ ਆ ਕਿ 10 ਦਿਨ ਬੱਚਾ ਸਵੇਰ ਤੋਂ ਸ਼ਾਮ ਤੱਕ ਇਹਨੂੰ ਉਹ ਕਰ ਲੈ ਲੱਗ ਜੇ ਇਹਦੇ ਤੇ ਬੱਚਾ ਕੰਪੀਟੀਸ਼ਨ ਖੇਡਣ ਦੇ ਯੋਗ ਹੋ ਜਾਂਦਾ, ਕਿਉਂਕਿ ਰੂਲਾਂ ਦੇ ਮੁਤਾਬਕ ਅਗਰ ਸਿੱਖਦਾ ਹੈ। ਤੇ ਸਵੈ ਰੱਖਿਆ ਇਹਦੇ 'ਚ ਹੈਗਾ। ਸੈਕੰਡਲੀ ਮੈਡੀਕਲ ਬੈਨੀਫਿਟ ਇਹਦੇ ਇਹ ਨੇ ਜੀ ਕਿ ਆਈ ਗੇਜ਼ਿੰਗ ਹੁੰਦੀ ਆ ਜਦੋਂ ਅਸੀਂ ਸੋਟੀ ਨਾਲ ਖੇਡਦੇ ਆ, ਮਤਲਬ ਅੱਖ ਚੱਕ ਪਾ ਕੇ ਖੇਡਣਾ। ਜੇ ਤੁਸੀਂ ਮਾੜੀ ਜਿਹੀ ਅੱਖ ਪਰੇ ਕੀਤੀ, ਅੱਖ ਝਪਕੀ ਤੇ ਪਤਾ ਨਹੀਂ ਕਿੱਥੇ ਡੰਡਾ ਪੈ ਜੇ, ਤੁਹਾਡੀ ਆਈਸਾਈਟ ਇੰਪਰੂਵ ਹੁੰਦੀ ਆ। ਤੁਹਾਡੇ ਜਦੋਂ ਅਸੀਂ ਖੇਡਦੇ ਆ ਜਾਂ ਪੈਂਤੜਾ ਖੇਡਦੇ ਆ, ਸਾਡੇ ਟੌਕਸਿਨਸ ਨਿਕਲਦੇ ਆ, ਪਸੀਨਾ ਨਿਕਲਦਾ, ਵੈਸੇ ਮਸਲ ਡਿਵੈਲਪ ਹੁੰਦੇ ਆ ਸਾਡੇ, ਹਨਾ। ਮਤਲਬ ਬਹੁਤ ਇਹਦੇ ਬੈਨੀਫਿਟਸ ਨੇ। ਆਪਾਂ ਉਹ ਟਾਈਮ ਤੇ ਨਹੀਂ ਜਾਂਦੇ। ਆਪਾਂ ਦੂਸਰੀ ਗੱਲ, ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਦੇ ਆ, ਆਪਣੀ ਬਾਣੀ ਨਾਲ ਜੋੜਦੇ ਹਾਂ, ਕਿਉਂਕਿ ਜਦੋਂ ਅਸੀਂ ਚੱਲਦੇ ਹਾਂ ਅਰਦਾਸ ਕਰਕੇ ਚੱਲਦੇ ਹਾਂ, ਠੀਕ ਹੈ। ਪੰਜਾਬੀ ਬੋਲਦੇ ਨੇ ਉੱਥੇ ਸਾਰੇ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗਾ, ਆਪਣੇ ਬੱਚਿਆਂ ਨੂੰ ਬਾਣੀ, ਬੋਲੀ, ਆਪਣੇ ਵਿਰਸੇ ਨਾਲ ਜੋੜਨ ਲਈ ਇਸ ਸਸਤੀ, ਸੁਖਾਲੀ ਤੇ ਸਵੈ ਰੱਖਿਆ ਦੀ ਖੇਡ, ਜਿਹੜੀ ਨਸ਼ਿਆਂ ਤੋਂ ਵੀ ਬੱਚਿਆਂ ਨੂੰ ਦੂਰ ਰੱਖਦੀ ਹੈ। ਜਿਹੜੇ ਬੱਚੇ ਸਾਡੇ ਹੁੰਦੇ ਕੋਈ ਨਸ਼ਾ ਨਹੀਂ ਕਰਦਾ, ਤੇ ਅਗਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣਾ ਹੈ ਕਿਤੇ ਵੀ, ਕਿਸੇ ਵੀ ਥਾਂ ਤੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣਾ, ਤਾਂ ਆਓ ਆਪਾਂ ਸਾਰੇ ਜੁੜ ਕੇ ਗੱਤਕੇ ਨੂੰ ਪ੍ਰਮੋਟ ਕਰੀਏ, ਇਸ ਨੂੰ ਓਲੰਪਿਕ ਤੱਕ ਲੈ ਕੇ ਜਾਈਏ। ਇਹ ਗੁਰੂ ਦੀ ਖੇਡ ਜਦੋਂ ਵੀ ਕਿਤੇ ਕੋਈ ਗੂਗਲ ਕਰੇ ਤਾਂ ਉਸ ਨੂੰ ਇਸ ਦਾ ਇਤਿਹਾਸ 6ਵੇਂ ਪਾਤਸ਼ਾਹ ਨਾਲ ਜੁੜੇ ਤੇ ਸਿੱਖੀ ਪ੍ਰਫੁੱਲਤ ਹੋਵੇ ਦੁਨੀਆ ਤੇ। ਲੋਕਾਂ ਜਿਹੜੀ ਸਿੱਖ ਆਇਡੈਂਟੀਟੀ ਉਹ ਪਤਾ ਲੱਗੇ ਕਿ ਇਹ ਜਿਹੜੇ ਸਿੱਖ ਨੇ ਇਹ ਤਾਲਿਬਾਨ ਨਹੀਂ ਗਏ, ਇਹ ਸਰਦਾਰ ਲੋਕ ਨੇ, ਇਹ ਸਿੱਖ ਲੋਕ, ਸਿੱਖ ਕੌਮ ਹੈ ਇਹ, ਹੈ ਨਾ। ਤੇ ਇਸ ਕਰਕੇ ਆਓ ਆਪਾਂ ਚੱਲੀਏ, ਇਸ ਤੇ ਜੁੜੀਏ ਸਾਰੇ। ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਪਿੱਛੇ ਹੋ ਕੇ ਚੱਲਦੇ ਹਾਂ। ਤੇ ਕਿਸੇ ਨਾਲ ਵੀ ਕੋਈ ਕੰਟੈਕਟ ਕਿਸੇ ਨੇ ਕਰਨਾ, ਮੇਰਾ ਨੰਬਰ ਵੀ ਹੈਗਾ, ਸਾਡੀ ਵੈਬਸਾਈਟ ਵੀ ਹੈਗੀ ਆ www.gatka.com। ਉਹਦੇ ਤੇ ਬਹੁਤ ਕੁਝ ਮੈਟਰ ਪਿਆ। ਕਿਸੇ ਨੂੰ ਕਿਤੇ ਕੋਚਿੰਗ ਦੀ ਲੋੜ ਹੈ, ਟ੍ਰੇਨਰ ਦੀ ਲੋੜ ਹੈ, ਅਸੀਂ ਪ੍ਰੋਵਾਈਡ ਕਰਦੇ ਹਾਂ। ਕਦੇ ਵੀ ਜੀ ਅਸੀਂ ਅੱਜ ਤੱਕ ਪੈਸਾ ਨਹੀਂ ਮੰਗਿਆ। ਕਿਸੇ ਨੇ ਟੂਰਨਾਮੈਂਟ ਕਰਾਉਣਾ ਹੈ, ਅਸੀਂ ਕਦੇ ਪੈਸਾ ਨਹੀਂ ਮੰਗਦੇ ਕਿ ਸਾਨੂੰ ਇੰਨੇ ਪੈਸੇ ਦਿਓ, ਟੂਰਨਾਮੈਂਟ ਕਰਕੇ ਦੇਵਾਂਗੇ। ਅਸੀਂ ਪ੍ਰਬੰਧਕਾਂ ਨੂੰ ਕਹਿੰਦੇ ਆ ਕਿ ਤੁਸੀਂ ਆਯੋਜਿਤ ਕਰਨਾ, ਤੁਹਾਨੂੰ ਅਸੀਂ ਦੱਸਾਂਗੇ ਕਿ ਆਹ ਚੀਜ਼ ਕਰ ਦਿਓ, ਬਸ ਸਾਡੀਆਂ ਟੀਮਾਂ ਆ ਜਾਣਗੀਆਂ, ਠੀਕ ਹੈ। ਕਿਤੇ ਕਿਸੇ ਨੂੰ ਕੋਚ ਦੀ ਲੋੜ ਹੈ, ਅਸੀਂ ਕੋਚ ਪ੍ਰੋਵਾਈਡ ਕਰਦੇ ਹਾਂ। ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਸਾਡੇ ਕੋਚ ਨੂੰ ਆਉਣ ਜਾਣ ਦਾ ਪ੍ਰੋਵਾਈਡ ਕਰਵਾ ਦਿਓ, ਕਿਸੇ ਗੁਰਦੁਆਰੇ ਦੇ ਵਿੱਚ ਕਮਰਾ ਦੇ ਕੇ ਇਹਨੂੰ ਰੋਟੀ ਪਾਣੀ ਦਾ ਉੱਥੇ ਪ੍ਰਬੰਧ ਹੋ ਜਾਊ, ਇਹ ਆਪੇ ਸਿਖਾ ਦੂਗਾ। ਤੇ ਇਸ ਕਰਕੇ ਮੈਂ ਕਹਿੰਦਾ ਕਿ ਆਪਾਂ ਜੁੜੀਏ। ਪੂਰੀ ਦੁਨੀਆ ਵਿੱਚ ਹਰ ਮੁਲਕ ਦੇ ਵਿੱਚ ਆਪਾਂ ਗੱਤਕਾ ਫੈਡਰੇਸ਼ਨਾਂ ਬਣਾ ਕੇ ਟੂਰਨਾਮੈਂਟ ਸ਼ੁਰੂ ਕਰਾਈਏ, ਹਰ ਜਿਵੇਂ ਇੰਡੀਆ 'ਚ ਕਰਾਉਂਦੇ ਹਾਂ ਅਸੀਂ। ਤੇ ਇਸ ਕਰਕੇ ਆਪਾਂ ਆਓ, ਇਹ ਕਿਤੇ ਗੁਰੂ ਦੀ ਖੇਡ ਹੈ ਜਿਹੜੀ, ਇਹ ਓਲੰਪਿਕ 'ਚ ਜਾਵੇ ਤੇ ਓਲੰਪੀਅਨ ਨੂੰ ਜਿਹੜੇ ਬੈਨੀਫਿਟ ਮਿਲਦੇ ਆ, ਸਿੱਖ ਓਲੰਪੀਅਨ ਆਪਾਂ ਕਹੀਏ, ਗੱਤਕਾ ਓਲੰਪੀਅਨ ਕਹੀਏ, ਸਾਡੇ ਤਾਂ ਜੀ ਪੰਜਾਬ, ਹਰਿਆਣਾ ਹੋਰ ਕਰੋੜ ਰੁਪਈਆ ਮਿਲਦਾ ਜਿਹੜਾ ਓਲੰਪਿਕ ਜਿੱਤ ਕੇ ਜਾਂਦਾ। ਔਰ ਜਾਂਦਿਆਂ DSP ਦੀ ਪੋਸਟ ਹੁੰਦੀ ਆ, ਕਲਾਸ 1 ਜਿਹਨੂੰ ਆਪਾਂ ਕਹਿੰਦੇ ਗਸਟਡ ਪੋਸਟ, ਉਹਨੂੰ ਜਾਂਦਿਆਂ ਮਿਲਦੀ ਆ ਜਿਹੜਾ ਓਲੰਪਿਕ ਜਿੱਤ ਕੇ ਜਾਂਦਾ ਜਾਂ ਏਸ਼ੀਆ ਜਿੱਤਦਾ, ਹੈ ਨਾ। ਤੇ ਮਤਲਬ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸਸ਼ਕਤ ਬਣਾਈਏ ਅਸੀਂ ਪੰਜਾਬ ਦਿਆਂ ਨੂੰ, ਜਿਹੜੇ ਨਸ਼ਿਆਂ ਦੇ ਦਰਿਆ 'ਚ ਬਹਿਣ ਹੋਏ ਜਾਂ ਇੱਦਾਂ ਮਾੜੀਆਂ ਕੁਰੈਤਾਂ 'ਚ ਫਿਰਦੇ ਆ ਜਾਂ ਕਿਸੇ ਪਾਸੇ ਹੋਰ ਫਿਰਦੇ ਆ। ਆਪਣੀ ਕੌਮ ਨੂੰ ਆਪਾਂ ਸਸ਼ਕਤ ਕਰੀਏ, ਹੈ ਨਾ। ਆਖਰੀ ਸਵਾਲ ਮੇਰਾ ਸਿਰਫ ਇਹੀ ਹੈ ਕਿ ਤੁਸੀਂ ਹੁਣ ਵਿਦੇਸ਼ਾਂ 'ਚ ਘੁੰਮਦੇ ਫਿਰਦੇ ਹੋ, ਸਿਰਫ ਪੰਜਾਬ ਤੱਕ ਹੀ ਨਹੀਂ, ਵਿਦੇਸ਼ਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਹੁਣ ਅਸੀਂ ਸਾਡੇ ਨਾਲ ਹੀ ਗੁਆਂਢੀ ਗੁਰੂ ਘਰ ਦੀ ਗੱਲ ਕਰ ਲਈਏ ਤਾਂ ਗੱਤਕੇ ਦੀਆਂ ਕਲਾਸਿਸ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ, ਵਿੱਦਿਆ ਸਿਖਾਈ ਜਾਂਦੀ, ਸ਼ਸਤਰ ਵਿੱਦਿਆ ਸਿਖਾਈ ਜਾਂਦੀ ਆ। ਵਿਦੇਸ਼ਾਂ ਵਿੱਚ ਭਵਿੱਖ ਕਿਸ ਤਰੀਕੇ ਦਾ ਦੇਖਦੇ ਹੋ? ਬਿਲਕੁਲ ਜੀ, ਮੇਰਾ ਇਸ ਦੌਰੇ ਦੌਰਾਨ ਮੈਂ ਕਾਫੀ ਕੁਝ ਸਿੱਖਿਆ, ਕਾਫੀ ਕੁਝ ਦੇਖਿਆ। ਇੱਥੋਂ ਦੇ ਅਖਾੜਿਆਂ ਨੂੰ ਵੀ ਮੈਂ ਮਿਲਿਆ ਕੁਛ ਨੂੰ, ਤੇ ਹੋਰਾਂ ਨੂੰ ਮਿਲ ਵੀ ਰਿਹਾ। ਮੇਰੀ ਸਾਰਿਆਂ ਨੂੰ ਅਪੀਲ ਵੀ ਹੈ ਕਿ ਮੇਰਾ ਨੰਬਰ ਹੈ, ਕਾਈਂਡਲੀ ਆਪਾਂ ਬੈਠ ਕੇ ਇਸ ਤੇ ਵਿਚਾਰ ਕਰੀਏ, ਆਪਾਂ ਇਕਜੁੱਟ ਹੋਈਏ। ਹਰ ਮੁਲਕ ਦੇ ਵਿੱਚ ਗੱਤਕਾ ਹਾੜੇ ਨੇ ਜੀ। ਮਤਲਬ ਮੈਂ ਇਹ ਜੇ ਕਹਿੰਦਾ ਵੀ ਜਿੱਥੇ ਗੁਰਦੁਆਰਾ ਉੱਥੇ ਗੱਤਕਾ, ਆਪਾਂ ਉਸ ਜਿਹੜੇ ਮਣਕੇ ਆ ਉਹਨਾਂ ਮਣਕਿਆਂ ਦੀ ਮਾਲਾ ਪਰੋ ਦਈਏ। ਤੇ ਜਿਹੜਾ ਸਾਨੂੰ ਇੰਡੀਆ ਦੇ ਵਿੱਚ ਇੰਨਾ ਟਾਈਮ ਲੱਗਿਆ ਕਿ ਅਸੀਂ ਮਤਲਬ 15 ਸਾਲ ਇੱਕ ਮੁਲਕ 'ਚ ਹੀ ਨਹੀਂ, ਇੱਕ ਮੁਲਕ 'ਚ ਹੀ ਅਸੀਂ ਇੱਕ ਪ੍ਰਾਪਤੀ ਲਈ ਲਾਤਾ। ਤੇ ਜਦੋਂ ਵਰਲਡ ਦੀ ਪ੍ਰਾਪਤੀ ਲਈ ਆ, ਕਿਤੇ ਆਪਾਂ ਇਹਨੂੰ 50 ਸਾਲ ਨਾਲ ਲਾ ਦਈਏ, ਆਪਾਂ ਇਹਨੂੰ ਜੋੜੀਏ। ਤੇ ਇੱਥੇ ਫਿਊਚਰ ਬਹੁਤ ਹੈ। ਸਗੋਂ ਮੈਂ ਜਿਹੜਾ ਤੁਹਾਨੂੰ ਦੱਸਿਆ ਕਿ ਇੱਥੋਂ ਦੇ ਬੱਚਿਆਂ ਨੂੰ ਜੋੜਨ ਲਈ ਬੜੀ ਗੱਲ ਹੈ, ਆਪਣੀ ਵਿਰਸੇ ਨਾਲ ਜੋੜਨ ਲਈ ਹਰ ਪਰਿਵਾਰ ਨੂੰ ਗੱਤਕੇ 'ਚ ਪਾਉਣਾ ਚਾਹੀਦਾ। ਤੇ ਇੱਥੇ ਵੀ ਗੱਤਕਾ ਅਖਾੜੇ ਬਹੁਤ ਪ੍ਰਮੋਟ ਕਰ ਰਹੇ ਆ, ਟੂਰਨਾਮੈਂਟ ਹੁੰਦੇ ਆ ਜਾਂ ਉੱਦਾਂ ਕਰਦੇ ਆ। ਪਰ ਉਹ ਆਪਾਂ ਆਰਗੇਨਾਈਜ਼ਡ ਵੇ ਨਾਲ ਕਰੀਏ ਤਾਂ ਹੋਰ ਵੀ ਵੱਡੀ ਗੱਲ ਹੋਊ, ਕਿਉਂਕਿ ਫਿਰ ਅਸੀਂ ਓਲੰਪਿਕ ਏਸ਼ੀਆ ਨੂੰ, ਕਾਮਨਵੈਲਥ ਨੂੰ ਔਰ ਓਲੰਪਿਕ ਕਮੇਟੀ ਨੂੰ ਦਿਖਾ ਸਕੀਏ ਕਿ ਸਾਡੇ ਆਹ ਟੂਰਨਾਮੈਂਟ ਹੁੰਦੇ ਆ, ਇੱਦਾਂ ਦੇ ਹੋ ਰਿਹਾ, ਸਾਡੇ ਗੱਤਕੇ ਅਖਾੜੇ ਹੈਗੇ ਆ। ਉਹਨਾਂ ਨੇ ਬਸ ਉਹਨਾਂ ਦੇ ਇੱਕੋ ਹੀ ਬੈਰੋਮੀਟਰ ਹੁੰਦਾ ਜੀ ਕਿ ਤੁਹਾਡੀ ਲੋਕਪ੍ਰਿਯਤਾ ਕਿੰਨੀ ਆ, ਪਪੂਲੈਰਿਟੀ ਕਿੰਨੀ ਆ, ਕਿੰਨੇ ਮੁਲਕਾਂ 'ਚ ਹੈਗੀ ਆ,
ਕਿੰਨੇ ਤੁਹਾਡੇ ਟੋਟਲ ਪਲੇਅਰਸ ਕਿੰਨੇ ਨੇ, ਠੀਕ ਹੈ, ਮਤਲਬ ਤੁਹਾਡੀਆਂ ਐਸੋਸੀਏਸ਼ਨ ਕਿੰਨੀਆਂ ਰਜਿਸਟਰ ਹੈਗੀਆਂ ਹੈ, ਉਹ ਚੀਜ਼ ਦਿਖਾਉਣ ਲਈ ਆਪਾਂ ਸਾਰੇ ਇਕੱਠੇ ਹੋਈਏ। ਤੇ ਜੇ ਇਕੱਠੇ ਹੋ ਗਏ ਤੇ ਅਸੀਂ ਜਦੋਂ ਮਰਜ਼ੀ ਕੁੰਡਾ ਖੜਕਾਈਏ ਉਹਨਾਂ ਦਾ ਜਾ ਕੇ ਕਿ ਜੀ ਅਸੀਂ ਆ ਗਏ, ਸਾਨੂੰ ਮਾਨਤਾ ਦਰਵਾਜ਼ਾ ਖੋਲੋ। ਬਿਲਕੁਲ, ਥੈਂਕ ਯੂ ਸੋ ਮਚ ਸਰ। ਸਮਾਂ ਇਜਾਜ਼ਤ ਲੈਣ ਦਾ ਹੁਣ ਹੋ ਰਿਹਾ ਵਾ, ਪਰ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤਾਂ ਪਲੀਜ਼। ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਇੱਕ ਬੇਨਤੀ ਕੀਤੀ ਆ, ਨਾਲ ਹੀ ਇਹ ਵੀ ਬੇਨਤੀ ਕਰਦਾ ਗੁਰੂ ਘਰਾਂ ਨੂੰ ਸਾਰਿਆਂ ਨੂੰ, ਮਤਲਬ ਗੁਰਦੁਆਰੇ ਸਾਡੇ ਕੇਂਦਰ ਨੇ, ਗੁਰਮੁਖੀ ਨੂੰ ਦੀਆਂ ਕਲਾਸਾਂ ਸ਼ੁਰੂ ਕਰੋ। ਜੇ ਗੁਰਮੁਖੀ ਹੈ ਤਾਂ ਸਾਡੀ ਗੁਰਬਾਣੀ ਹੈ, ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਤੇ ਗੁਰਦੁਆਰਾ ਕੇਂਦਰ ਹੋਵੇ ਗੱਗਾ। ਮੈਂ ਗੱਗੇ ਤੇ ਕਹਿਣਾ ਕਿ ਗੱਗਾ ਗੁਰਮੁਖੀ, ਗੱਗਾ ਗੁਰਬਾਣੀ ਤੇ ਗੱਗਾ ਗੱਤਕਾ, ਇਹ ਤਿੰਨ ਤੇ ਜ਼ੋਰ ਦਿਓ। ਤੇ ਗੁਰਦੁਆਰਾ ਸੈਂਟਰ ਹੋਵੇ ਤਿੰਨਾਂ ਦਾ, ਗੁਰਦੁਆਰੇ 'ਚ ਕਲਾਸਾਂ ਲੱਗਣ, ਗੁਰਮੁਖੀ ਦੀਆਂ ਵੀ ਲੱਗਣ, ਗੱਤਕੇ ਦੀਆਂ ਵੀ ਲੱਗਣ, ਤੇ ਬਹੁਤਾ ਨਹੀਂ ਤਾਂ ਤੁਸੀਂ ਸੈਟਰਡੇ ਸੰਡੇ ਘੰਟੇ ਦੀ ਕਲਾਸ ਲਾ ਲਓ। ਤੇ ਜੇ ਆਪਾਂ ਆਪਣੀ ਗੁਰਸਿੱਖੀ ਨੂੰ ਤੇ ਗੁਰਬਾਣੀ ਨੂੰ ਆਉਣ ਵਾਲੀਆਂ ਨਸਲਾਂ ਤੱਕ ਲੈ ਕੇ ਜਾਣਾ, ਜਿਹੜੇ ਬੱਚੇ ਅੱਜ ਪੰਜਾਬੀ ਤੋਂ ਦੂਰ ਹੋ ਰਹੇ ਨੇ, ਗੁਰਮੁਖੀ ਤੋਂ ਦੂਰ ਹੋ ਰਹੇ ਨੇ, ਉਹਨਾਂ ਨੂੰ ਜੇ ਲਾਉਣਾ। ਅੱਜ ਘਰਾਂ 'ਚ ਬਹੁਤੇ ਬੱਚੇ ਪੰਜਾਬੀ ਨਹੀਂ ਬੋਲਦੇ, ਮੈਂ ਦੇਖਿਆ ਜੀ ਜਿੱਥੇ ਵੀ ਜਾਣਾ। ਤੇ ਇਹ ਨਾ ਹੋਵੇ ਕਿ ਅੱਜ ਤੋਂ 50 ਸਾਲਾਂ ਬਾਅਦ ਗੁਰੂ ਗ੍ਰੰਥ ਸਾਹਿਬ ਵੀ ਇੰਗਲਿਸ਼ 'ਚ ਹੋਵੇ ਤੇ ਉੱਥੇ ਕੀਰਤਨ ਵੀ ਇੰਗਲਿਸ਼ 'ਚ ਹੋ ਰਿਹਾ ਹੋਵੇ। ਤੇ ਇਹ ਆਪਾਂ ਇਹ ਜੀ ਨੌਬਤ ਨਾ ਆਉਣ ਦਈਏ। ਆਪਾਂ ਜਾਕੀਏ, ਗੁਰਬਾਣੀ, ਗੁਰਮੁਖੀ, ਗੱਤਕਾ, ਇਸ ਨੂੰ ਪ੍ਰਮੋਟ ਕਰੀਏ ਤੇ ਆਪਾਂ ਸਾਰੇ ਰਲੀਏ, ਇਕੱਠੇ ਹੋ ਕੇ ਚੱਲੀਏ। ਤੇ ਇਹ ਚੀਜ਼ਾਂ ਤਾਂ ਹੀ ਪ੍ਰਮੋਟ ਹੋਣਗੇ। ਜੇ ਗੱਤਕਾ ਵੀ ਆ ਗਏ ਜੀ ਤਾਂ ਵੀ ਗੁਰਮੁਖੀ ਪੜ੍ਹਦੇ ਬੱਚੇ, ਉਹ ਤਾਂ ਵੀ ਉਹ ਗੁਰਬਾਣੀ ਪੜ੍ਹਨਗੇ। ਤੁਸੀਂ ਕੋਈ ਵੀ, ਇਹ ਆਪਸ 'ਚ ਇੰਟਰ ਰਿਲੇਟਡ ਨੇ, ਇੰਟਰਡਿਪੈਂਡੈਂਟ ਨੇ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਆਪਾਂ ਤਿੰਨਾਂ ਨੂੰ ਜੋੜ ਕੇ ਚੱਲੀਏ ਤੇ ਬੜੀ ਵੱਡੀ ਚੜ੍ਹਦੀ ਕਲਾ ਹੋਊਗੀ ਕੌਮ ਦੀ। ਤੁਸੀਂ ਬਹੁਤ ਵੱਡੀ ਸੇਵਾ ਵਿਦੇਸ਼ਾਂ ਦੇ ਵਿੱਚ ਵੈਸੇ ਕਰ ਰਹੇ ਹੋ, ਚੱਲ ਰਹੀ ਆ, ਪਰ ਥੋੜ੍ਹਾ ਜਿਹਾ ਚੇਤਨ ਹੋ ਕੇ ਆਪਾਂ ਇਸ ਗੱਲ ਤੇ ਕਨਸੈਂਟਰੇਟ ਰੱਖੀਏ ਤੇ ਇਸ ਨੂੰ ਬਹੁਤ ਵੱਡੀ ਅਸੀਂ ਦੁਨੀਆ ਤੇ ਆਪਣੀ ਸਿੱਖ ਕੌਮ ਦੀ ਜਿਹੜੀ ਵਿਰਾਸਤ ਹੈ ਉਸ ਨੂੰ ਪ੍ਰਦਰਸ਼ਿਤ ਕਰ ਸਕਦੇ। ਬਿਲਕੁਲ, ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਤੁਹਾਡੀ ਮਿਹਰਬਾਨੀ ਜੀ, ਤੁਸੀਂ ਦਰਸ਼ਕਾਂ ਤੱਕ ਇਹ ਗੱਲ ਸਾਡੀ ਪਹੁੰਚਾਈ। ਤੇ ਅੰਤ ਦੇ ਵਿੱਚ ਸਾਰਿਆਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ, ਉਮੀਦ ਕਰਦੇ ਹਾਂ ਪਸੰਦ ਆਇਆ ਹੋਵੇਗਾ। ਹੁਣ ਕੋਈ ਵੀ ਜਾਣਕਾਰੀ ਚਾਹੀਦੀ ਹੈ ਹਰਜੀਤ ਸਿੰਘ ਗਰੇਵਾਲ ਜੀ ਨੂੰ ਤੁਸੀਂ ਡਾਇਰੈਕਟਲੀ ਇਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ, ਡਿਟੇਲਸ ਨੀਚੇ ਲਿਖੀਆਂ ਹੋਈਆਂ ਨੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।